ਕਵਿਰਾਜ ਦੇ ਜੀਵਨ ਦੇ ਲੱਭ ਕਰਕੇ ਭਾਸ਼ਾ ਵਿਭਾਗ ਨੇ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਏ, ਬੜੇ ਵਡਮੁੱਲੇ ਹਨ। ਕਵੀ ਭਾਈ ਸੰਤੋਖ ਸਿੰਘ ਜੀ, ਜੇ ਉਹਨਾਂ ਨੂੰ ਯੁੱਗ ਪੁਰਸ਼ ਵੀ ਕਹਿ ਲਿਆ ਜਾਏ ਤੇ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਐਸੇ ਮਹਾਂਪੁਰਖ, ਐਸੇ ਵਿਦਵਾਨ ਬਹੁਤ ਸਦੀਆਂ ਬਾਅਦ ਹੀ ਕੌਮਾਂ ਅੰਦਰ ਪੈਦਾ ਹੁੰਦੇ ਹੈ। ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇਸ ਪਾਵਨ ਗ੍ਰੰਥ ਦੀ ਰਚਨਾ ਕੀਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਆਗਿਆ ਲਈ ਹੈ। ਆਪਣੇ ਮਨ ਦੀ ਲਾਲਸਾ ਸੀ ਕਿ ਹਜ਼ੂਰ ਦਾ ਪਵਿੱਤਰ ਇਤਿਹਾਸ ਲਿਖੀਏ। ਇਸ ਮਨੋਰਥ ਵਾਸਤੇ ਆਪ ਨੇ ਬਹੁਤ ਬੰਦਗੀ ਕੀਤੀ। ਸਤਿਗੁਰਾਂ ਜੀ ਦੀ ਕਿਰਪਾ ਰਹਿਮਤ ਆਪ ਨੂੰ ਪ੍ਰਾਪਤ ਹੋਈ। ਕੈਂਥਲ ਵਿੱਚ ਆਪ ਜੀ ਦਾ ਆਉਣਾ, ਰਾਜਾ ਉਦੇ ਸਿੰਘ ਦਾ ਆਪ ਨੂੰ ਪਿਆਰ ਕਰਨਾ, ਕਿਉਂਕਿ ਗੁਣ ਦੇ ਪ੍ਰਗਟ ਕਰਨ ਲਈ ਬਹੁਤ ਸਾਰੀਆਂ ਜਿਹੜੀਆਂ ਹਨ ਉਹ ਚੀਜ਼ਾਂ, ਬਹੁਤ ਸਾਰਾ ਇਹੋ ਜਿਹਾ ਸਮਾਨ, ਮਾਹੌਲ, ਸਭ ਕੁਝ ਹੀ ਸਹਾਈ ਹੋਵੇ ਤੇ ਫਿਰ ਜਿਹੜਾ ਹੈ ਉਹ ਗੁਣ ਪ੍ਰਗਟ ਹੁੰਦਾ ਏ। ਵਿਦਵਾਨ ਦੇ ਅੰਦਰੋਂ ਉਹਦੀ ਵਿਦਵਤਾ ਪ੍ਰਗਟ ਹੁੰਦੀ ਹੈ। ਐਸਾ ਮਾਹੌਲ ਕਵਿਰਾਜ ਜੀ ਨੂੰ ਰਾਜਾ ਉਦੇ ਸਿੰਘ ਦੇ ਹੁੰਦਿਆਂ ਹੋਇਆਂ ਕੈਂਥਲ ਦੇ ਵਿੱਚ ਜਿਹੜਾ ਸੀ ਉਹ ਪ੍ਰਾਪਤ ਹੋਇਆ। ਫਿਰ ਇਹ ਵੀ ਕਵਿਰਾਜ ਨੇ ਜ਼ਿਕਰ ਕੀਤਾ ਕਿ ਜਦੋਂ ਗੁਰੂ ਸਾਹਿਬ ਦੇ ਜਸ ਦੀ ਇਹ ਪਵਿੱਤਰ ਗੰਗਾ ਪ੍ਰਗਟ ਹੋ ਰਹੀ ਸੀ, ਉਸ ਸਮੇਂ ਦੋਖੀਆਂ ਨੇ ਆਪਣਾ ਬੜਾ ਭਾਰੀ ਯਤਨ ਕੀਤਾ। ਮਹਾਰਾਜਾ ਉਦੇ ਸਿੰਘ ਨੂੰ ਵੀ ਭਰਮਾਉਣ ਦਾ ਯਤਨ ਕੀਤਾ, ਪਰ ਰਾਜਾ ਉਦੇ ਸਿੰਘ ਆਪ ਇੱਕ ਗੁਰਸਿੱਖ ਸਨ। ਉਹ ਕਵਿਰਾਜ ਦੇ ਆਂਸ਼ੇ ਨੂੰ ਸਮਝਦੇ ਸੀ, ਜਿਸ ਕਰਕੇ ਕਿ ਜਿਹੜੇ ਈਰਖਾਲੂ ਸਨ, ਜਿਹੜੇ ਵੈਰ ਕਰਦੇ ਸੀ ਅਕਾਰਨ, ਉਹਨਾਂ ਦਾ ਕੋਈ ਵੀ ਜ਼ੋਰ ਨਹੀਂ ਚੱਲ ਸਕਿਆ। ਕਵਿਰਾਜ ਨੇ ਕਿਹਾ, ਇਹ ਮਹਾਰਾਜ ਦੇ ਜਸ ਦੀ ਗੰਗਾ, ਮਹਾਰਾਜ ਦੇ ਪਵਿੱਤਰ ਜੀਵਨ ਦੀ ਕਥਾ ਮੈਲੀ ਤਾਂ ਕਰਨਾ ਚਾਹੁੰਦੇ ਸੀ, ਪਰ ਉਹਨਾਂ ਦਾ ਕੋਈ ਵੀ ਜ਼ੋਰ ਨਹੀਂ ਚੱਲਿਆ। ਅਜੋਕੇ ਸਮੇਂ ਵਿੱਚ ਕਈ ਯਤਨ ਕਰਦੇ ਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਨਿੰਦਾ ਕਰਦਿਆਂ ਹੋਇਆਂ। ਉਹਨਾਂ ਨੂੰ ਇਹ ਬਹੁਤ ਤੰਗੀ ਹੈ ਕਿ ਇਹਦੇ ਉੱਤੇ ਤੁਸੀਂ ਰੁਮਾਲੇ ਸਾਹਿਬ ਕਿਉਂ ਪਾਉਂਦੇ ਆ। ਉਹ ਬੋਲੀ ਵੀ ਹੋਰ ਤਰ੍ਹਾਂ ਦੀ ਬੋਲ ਕਰਕੇ ਕਹਿੰਦੇ ਆ। ਸਤਿਗੁਰਾਂ ਜੀ ਦੇ ਪਵਿੱਤਰ ਜਸ ਦੇ ਜਿਹੜੇ ਗ੍ਰੰਥ ਹੈ, ਮਹਾਰਾਜ ਦੀ ਵਡਿਆਈ ਗੁਰਸਿੱਖਾਂ ਨੂੰ ਪਾਉਂਦੀ ਹੈ। ਇਹ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਅਤੇ ਜਿਸ ਕਾਗਜ਼ ਦੇ ਉੱਤੇ ਸਤਿਗੁਰੂ ਜੀ ਦਾ ਜਸ ਲਿਖਿਆ ਹੋਵੇ, ਗੁਰਸਿੱਖ ਉਸ ਦਾ ਅਦਬ ਗੁਰੂ ਸਮਾਨ ਕਰਦੇ ਹੈ। ਅਤੇ ਉਹਨਾਂ ਪੋਥੀਆਂ ਸਾਹਿਬ ਦੇ ਉੱਤੇ ਗੁਰਸਿੱਖ ਸਦਾ ਰੁਮਾਲੇ ਸਾਹਿਬ ਪਾਉਂਦੇ ਰਹੇ ਹੈ, ਪਾਉਂਦੇ ਰਹਿਣਗੇ। ਪਰ ਤਰਕਾਂ ਉਹ ਕਰਦੇ ਹੈ ਜਿਹੜੇ ਆਪਣੇ ਸਰੀਰ ਦੇ ਗੰਦ ਦੇ ਪੁਤਲੇ ਦੇ ਉੱਤੇ ਰੁਮਾਲੇ ਸਾਹਿਬਾਂ ਵਰਗੇ ਚੋਲੇ ਪਹਿਨਦੇ। ਜੇ ਉਹ ਆਪਣੇ ਸਰੀਰ ਨੂੰ ਬੜਾ ਅਹਿਮ ਸਮਝਦੇ ਹੈ, ਸੋਹਣੇ ਸੋਹਣੇ ਕੱਪੜੇ, ਭਾਵੇਂ ਕਿ ਇਹ ਤਰਕਨੀਕ ਕੱਪੜੇ ਨਹੀਂ ਪਾਉਣੇ ਚਾਹੀਦੇ, ਸਾਦੇ ਕੱਪੜੇ ਪਹਿਨਣੇ ਚਾਹੀਦੇ ਹੈ, ਪਰ ਉਹ ਆਪਣੇ ਸਰੀਰ ਦੇ ਉੱਤੇ ਤਾਂ ਸਰੀਰ ਦੇ ਚਮਕੀਲੇ ਭੜਕੀਲੇ ਕੱਪੜੇ ਪਾਉਂਦੇ ਹੈ। ਗੁਰੂ ਸਾਹਿਬ ਦੇ ਜਿਨ੍ਹਾਂ ਪੱਤਰਿਆਂ ਉੱਪਰ ਜਸ ਲਿਖਿਆ ਹੋਇਆ, ਉਹਨਾਂ ਦੇ ਉੱਤੇ ਰੁਮਾਲੇ ਪਾਉਣ ਦਾ ਉਹਨਾਂ ਨੂੰ ਬੜਾ ਭਾਰੀ ਇਤਰਾਜ਼ ਹੈ। ਇਹ ਉਹੋ ਹੀ ਲੋਕ ਹੈ ਜਿਹੜੇ ਸਤਿਗੁਰੂ ਜੀ ਦੇ ਜਸ ਦੀ ਕਥਾ ਨੂੰ, ਜਿਹੜਾ ਇਸ ਕਥਾ ਰੂਪੀ ਗੰਗਾ ਨੂੰ ਗੰਧਲਿਆਂ ਕਰਨਾ ਚਾਹੁੰਦੇ ਹੈ। ਪਰ ਗੁਰਸਿੱਖ ਸਿਆਣਪ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਜਸ ਤੋਂ ਲਾਹਾ ਪ੍ਰਾਪਤ ਕਰਦੇ ਹੈ। ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤਕਰੀਬਨ ਸਭ ਗੁਰਧਾਮਾਂ 'ਤੇ ਜੋ ਮੁੱਖ ਅਸਥਾਨ ਹਨ ਪੰਥ ਦੇ, ਉਹਨਾਂ ਮੁੱਖ ਅਸਥਾਨਾਂ 'ਤੇ ਤਖਤ ਸਾਹਿਬਾਨਾਂ 'ਤੇ ਇਹ ਪਵਿੱਤਰ ਕਥਾ ਹੁੰਦੀ ਹੈ। ਅਤੇ ਇਸ ਕਥਾ ਨੂੰ ਕਰਨ ਵਾਲਿਆਂ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਭਾਰੀ ਗੁਰਸਿੱਖੀ ਦਾ ਲਾਹਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੇ ਉੱਪਰ ਨਿਸ਼ਚਾ ਪ੍ਰਾਪਤ ਹੁੰਦਾ ਹੈ,
ਪ੍ਰੇਮ ਵੱਧਦਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ। ਇਸ ਕਰਕੇ ਗੁਰਸਿੱਖ ਸੰਗਤਾਂ ਬਹੁਤ ਪਿਆਰ ਨਾਲ ਇਸ ਪਾਵਨ ਗ੍ਰੰਥ ਦੀ ਕਥਾ ਨੂੰ ਸਰਵਣ ਕਰਦੇ ਨੇ। ਤੋ ਕਵੀਰਾਜ ਜੀ ਨੇ ਆਪਣੇ ਸਮੇਂ ਵਿੱਚ ਹੀ ਜ਼ਿਕਰ ਕੀਤਾ, ਜੋ ਕੱਲ੍ਹ ਜ਼ਿਕਰ ਆਇਆ ਸੀਗਾ, ਕਿ ਜਿਹੜੇ ਗੁਰੂ ਸਾਹਿਬ ਦਾ ਜਸ ਨੂੰ ਪਸੰਦ ਨਹੀਂ ਕਰਦੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਹੁੰਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਕਵੀਰਾਜ ਜੀ ਨੇ ਖੋਤੇ, ਝੋਟੇ ਤੇ ਸੂਰ, ਕੁੱਤਿਆਂ ਵਰਗੀ ਬਿਰਤੀ ਦਾ ਦਰਜਾ ਦਿੱਤਾ ਤੇ ਉਹਦੇ ਪ੍ਰਮਾਣ ਵੀ ਦਿੱਤੇ। ਕਿਉਂਕਿ ਉਹ ਕਹਿੰਦੇ ਆ ਜਿਵੇਂ ਵਗਦੀ ਨਦੀ ਵਿੱਚ ਵੜ ਕਰਕੇ ਇਹ ਝੋਟੇ, ਗਧੇ, ਸੂਰ ਜਿਹੜੇ ਉਹ ਆਪਣੀ ਮੈਲ ਕਰ ਲਾਉਂਦੇ ਆ, ਮੈਲੀ ਕਰਦੇ ਆ ਉਸ ਨੂੰ, ਇਸੇ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਸਤਿਗੁਰੂ ਦਾ ਜਸ ਨਹੀਂ ਪਾਉਂਦਾ, ਮਹਾਰਾਜ ਦੇ ਨਿਰਾਲੀ ਗੁਰਮਤਿ ਨੂੰ ਉਹ ਗੰਦਲਿਆਂ ਕਰਨਾ ਚਾਹੁੰਦੇ ਆ, ਸਤਿਗੁਰੂ ਜੀ ਦੀ ਸਿੱਖਿਆ ਵਿੱਚ ਮਿਲਾਵਟ ਪਾਉਣੀ ਚਾਹੁੰਦੇ ਆ। ਕਵੀਰਾਜ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵਿਦਵਾਨਾਂ ਨੇ ਇਹ ਸ਼ੰਕਾਵਾਂ ਭਾਵੇਂ ਜ਼ਾਹਰ ਕੀਤੀਆਂ ਹਨ। ਇਹ ਨੋਟ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਦਿੱਤੇ ਹੈ, ਕਿਉਂਕਿ ਕਵੀਰਾਜ ਜੀ ਜਿਲਦ ਨਹੀਂ ਸੀ ਬਣ ਸਕੇ, ਸਾਰੇ ਹੱਕ ਪੰਥ ਨੂੰ ਦਿੱਤੇ ਸਨ ਆਪ ਨੇ, ਤੇ ਆਪ ਜੀ ਅਕਾਲ ਚਲਾਣਾ ਕਰ ਗਏ। ਉਸ ਤੋਂ ਬਾਅਦ ਇਸ ਪਾਵਨ ਗ੍ਰੰਥ ਦੇ ਅੰਦਰ ਜੋ ਕਿਤੇ ਸੀਤਲਾ ਦੀ ਪੂਜਾ ਦਾ ਕੋਈ ਪ੍ਰਸੰਗ ਹੈ ਜਾਂ ਕਿਸੇ ਪ੍ਰਕਾਰ ਕੋਈ ਨਸ਼ੇ ਦੀ ਸੇਵਨ ਦੀ ਕੋਈ ਗੱਲ ਹੈ, ਉਹ ਜਾਣ ਬੁੱਝ ਕਰਕੇ ਜਿਹੜੀ ਹੈ ਉਹ ਇਹਦੇ ਵਿੱਚ ਪਾਈ ਗਈ ਹੈ। ਹਾਂ, ਜੇ ਕੋਈ ਇਤਰਾਜ਼ ਕਰਦਾ ਹੈ ਤਾਂ ਭਾਈ ਕਿਸੇ ਇਕੱਲੇ ਨੂੰ ਕੋਈ ਹੱਕ ਨਹੀਂ ਹੈ, ਪੰਥ ਹੈ ਮਾਲਕ, ਪੰਥ ਜਦੋਂ ਮਰਜ਼ੀ ਉਸ ਦੇ ਵਿੱਚੋਂ ਕੱਢ ਸਕਦਾ ਹੈ। ਇਹ ਕਵੀਰਾਜ ਜੀ ਨੇ ਆਪ ਵੀ ਲਿਖਿਆ ਹੋਇਆ ਹੈ ਕਿ ਗੁਰਸਿੱਖੋ, ਸਤਿਗੁਰੂ ਜੀ ਦਾ ਜਸ ਬਹੁਤ ਵੱਡਾ ਹੈ। ਮਹਾਰਾਜ ਦਾ ਜਸ ਤਾਂ ਸਮੁੰਦਰ ਦੀ ਨਿਆਈ ਹੈ, ਸਾਡੀ ਮੱਤ ਸਿੱਪੀ ਦੀ ਨਿਆਈ ਹੈ, ਤੇ ਸਿੱਪੀ ਨਾਲ ਸਮੁੰਦਰ ਨੂੰ ਕਿਵੇਂ ਉਲੀਚਿਆ ਜਾ ਸਕਦਾ ਹੈ। ਇਸ ਕਰਕੇ ਸਾਡੇ ਕੋਲੋਂ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਾਲਸੇ ਆਪ ਪੰਥ ਜਿਹੜਾ ਹੈ ਇਸ ਨੂੰ ਜਿਹੜਾ ਉਹ ਦਰੁਸਤ ਕਰ ਲਵੇ। ਇਹ ਕਵੀਰਾਜ ਜੀ ਨੇ ਜ਼ਿਕਰ ਕੀਤੇ ਹੈ। ਤੇ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਡਿਆਈ ਦਾ ਇਹ ਸੋਮਾ, ਇਹ ਸਦਾ ਅਮਰ ਹੈ, ਸਦਾ ਅਟਲ ਹੈ। ਕਿਸੇ ਇੱਕ ਨੂੰ ਅਧਿਕਾਰ ਨਹੀਂ ਹੈ ਕਿ ਉਹ ਏਡੇ ਵੱਡੇ ਗ੍ਰੰਥ ਦੇ ਉੱਪਰ ਉਂਗਲੀ ਚੱਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਪਵਿੱਤਰ ਵਡਿਆਈ ਹੈ, ਕਵੀਰਾਜ ਜੀ ਨੇ ਇਸ ਪਾਵਨ ਗ੍ਰੰਥ ਦੇ ਅੰਦਰ ਪ੍ਰਗਟ ਹੀ ਕੀਤੀ ਹੈ। ਮਹਾਰਾਜ ਦੇ ਜਸ ਦਾ ਭਰਿਆ ਹੋਇਆ ਇਹ ਗ੍ਰੰਥ, ਜਿਸ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਛੰਦਾਂ ਦੀਆਂ ਚਾਲਾਂ ਹਨ। ਇਹ ਪਾਵਨ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਹਦੇ ਰਚਣ ਦੇ ਸਰੋਤ ਕੀ ਬਣੇ ਉਹ ਅੱਜ ਜ਼ਿਕਰ ਆ ਰਿਹਾ ਹੈ। ਕਵੀਰਾਜ ਜੀ ਜਿਵੇਂ ਜ਼ਿਕਰ ਕਰਦੇ ਹਨ ਕਿ ਅਸੀਂ ਕਿੰਨਾਂ ਗ੍ਰੰਥਾਂ ਤੋਂ ਸਰੋਤ ਲਏ ਹੈ। ਪਹਿਲਾ ਤਾਂ ਕਵੀਰਾਜ ਜੀ ਦਾ ਧਿਆਨ ਦੇ ਅੰਦਰ ਟਿਕਣਾ, ਕਿਉਂਕਿ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਮਹਾਂਪੁਰਖ ਦੇ ਜੀਵਨ ਦੇ ਅੰਦਰ ਨਾਮ ਦੀ ਐਡੀ ਜ਼ਿਆਦਾ ਕਮਾਈ ਹੋਵੇ, ਬਾਣੀ ਨਾਲ ਜੀਵਨ ਰੰਗਰੇਜ਼ ਹੋਵੇ, ਉਹਦੇ ਜੀਵਨ ਦੇ ਅੰਦਰ ਨਸ਼ਿਆਂ ਦਾ ਸੇਵਨ ਜਿਹੜਾ ਹੈ ਉਹ ਮੜਨਾ ਇਹ ਕਦੇ ਹੋ ਹੀ ਨਹੀਂ ਸਕਦਾ। ਜਿਹੜਾ ਨਾਮ ਰਸੀਆ ਹੋਵੇ ਉਹ ਕਦੇ ਝੂਠੇ ਨਸ਼ਿਆਂ ਦਾ ਸੇਵਨ ਨਹੀਂ ਕਰਦਾ। ਕਵੀਰਾਜ ਬਹੁਤ ਨਾਮ ਦੇ ਰਸੀਏ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦੇ ਪ੍ਰੇਮੀ, ਤੇ ਫਿਰ ਅਟਲ ਨਿਸ਼ਚਾ ਆਪਣਾ ਆਪ 10 ਪਾਤਸ਼ਾਹੀਆਂ ਦੇ ਉੱਪਰ ਰੱਖਦੇ ਹੈ। ਉਹਨਾਂ ਦੀ ਕਵਿਤਾ ਦੱਸਦੀ ਹੈ। ਤੇ ਕਦਾਚਿਤ ਕਵੀਰਾਜ ਕਿਸੇ ਦੇਵੀ ਦੇ ਉਪਾਸ਼ਕ ਨਹੀਂ ਹੋ ਸਕਦੇ, ਜਾਂ ਕਿਸੇ ਪ੍ਰਕਾਰ ਜਿਹੜੀਆਂ ਲੌਕਿਕ ਰੀਤਾਂ ਹਨ ਉਹਨਾਂ ਦਾ ਜ਼ਿਕਰ ਤਾਂ ਕਥਾ ਵਿੱਚ ਕਿਸੇ ਦੇ ਪ੍ਰਥਾਏ, ਕਿਉਂਕਿ ਇਹ ਇੱਕ ਪੂਰੀ ਪਾਤਰਾ ਮਾਤਕ ਜਿਹੜੀ ਆ ਨਾਲ ਚੱਲਦੀ ਹੈ। ਤੇ ਜੋ ਕੋਈ ਗੱਲ ਆਉਂਦੀ ਹੈ ਤਾਂ ਉਸ ਨੂੰ ਕਵੀਰਾਜ ਦੇ ਨਾਲ ਜੋੜਨਾ, ਜਾਂ ਇਉਂ ਕਹਿਣਾ ਕਿ ਕਵੀਰਾਜ ਗੁਰਮਤਿ ਦੇ ਧਾਰਨੀ ਨਹੀਂ ਸੀਗੇ, ਇਹ ਗੱਲਾਂ ਜਿਹੜੀਆਂ ਹਨ
ਇਹ ਬਹੁਤ ਛੋਟੀ ਸੋਚ ਵਾਲੀਆਂ, ਉਹਨਾਂ ਨੂੰ ਸਮਝ ਨਹੀਂ ਹੈ ਕਿ ਕਵੀਰਾਜ ਕਿੱਥੇ ਕਿਸ ਪ੍ਰਥਾਏ ਕਿਵੇਂ ਕਹਿ ਰਹੇ ਆ। ਤੋ ਜਿਵੇਂ ਕਵੀਰਾਜ ਜੀ ਨੇ ਸਰੋਤ ਦੱਸੇ ਹੈ, ਪਹਿਲਾ ਤਾਂ ਵੱਡਾ ਸਰੋਤ ਹੈ ਕਵੀਰਾਜ ਜੀ ਦਾ ਮਹਾਰਾਜ ਜੀ ਦੇ ਧਿਆਨ ਵਿੱਚ ਪ੍ਰਪੱਕ ਹੋਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਕੌਤਕਾਂ ਨੂੰ ਆਪ ਜੀ ਆਪਣੇ ਧਿਆਨ ਨਾਲ ਵੇਖਣ ਦੀ ਸਮਰੱਥਾ ਰੱਖਦੇ ਸੀ। ਇਹ ਬਖਸ਼ਿਸ਼ ਸਤਿਗੁਰਾਂ ਜੀ ਤੋਂ ਪ੍ਰਾਪਤ ਹੋਈ। ਮਹਾਰਾਜ ਜੀ ਦਾ ਨਾਮ ਜਪ ਕਰਕੇ ਇਹ ਆਪ ਜੀ ਨੂੰ ਵਿਲੱਖਣ ਜਿਹੜੀ ਸੀ ਸ਼ਕਤੀ ਪ੍ਰਾਪਤ ਹੋਈ। ਜਦੋਂ ਲਿਖਦੇ ਹੈ ਇਹ ਕੇਵਲ ਕਹਿਣ ਮਾਤਰ ਸੇ ਨਹੀਂ, ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦਾ ਵਰਣਨ ਕਰਦੇ ਆ ਨਾ ਕਵੀਰਾਜ, ਕੱਲ ਜ਼ਿਕਰ ਆਇਆ ਸੀ ਨਾ ਕਿ ਜਦੋਂ ਆਪ ਲਿਖਾਉਂਦੇ ਹੈ ਤੇ ਉਦੋਂ ਲਿਖਾਰੀਆਂ ਵਿੱਚ ਤੇ ਆਪ ਵਿੱਚ ਪੜਦਾ ਹੁੰਦਾ ਸੀਗਾ। ਉਹਦੇ ਕਾਰਨ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਣੀ ਲਿਖਵਾਈ ਹੈ ਤੇ ਮਹਾਰਾਜ ਜੀ ਨੇ ਪੜਦਾ ਰੱਖਿਆ ਸੀਗਾ। ਇਹ ਕੋਈ ਐਸੀ ਅਦੁੱਤੀ ਕਲਾ ਹੈ, ਨਾਮ ਅਭਿਆਸੀ ਇਹ ਜ਼ਰੂਰ ਐਸਾ ਸੂਖਸ਼ਮ ਭੇਦ ਰੱਖਦੇ ਹੁੰਦੇ ਹੈ। ਕਵੀਰਾਜ ਜੀ ਜਦੋਂ ਸੱਚੇ ਪਾਤਸ਼ਾਹ ਜੀ ਦਾ ਸਰੂਪ ਵਰਣਨ ਕਰਦੇ ਆ ਨਾ, ਤੇ ਉਸ ਸਮੇਂ ਕਵੀਰਾਜ ਚੌਂਕੜੇ ਵਿੱਚ ਨੇਤਰ ਬੰਦ ਕਰਕੇ ਧਿਆਨ ਸਥਿਤ ਹੋ ਕਰਕੇ ਸਤਿਗੁਰੂ ਜੀ ਦੇ ਮਸਤਕ ਤੋਂ ਆਰੰਭ ਕਰਦੇ ਹੋਏ ਇਉਂ ਮਹਾਰਾਜ ਜੀ ਦੇ ਸਰੂਪ ਦਾ ਵਰਣਨ ਕਰਦੇ ਜਿਵੇਂ ਅੱਖਾਂ ਨਾਲ ਤੱਕ ਰਹੇ ਹੋਣ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਐਸ ਰੰਗ ਦੀ ਦਸਤਾਰ ਬੱਜੀ ਹੋਈ ਹੈ, ਸਤਿਗੁਰੂ ਜੀ ਦੇ ਸੀਸ ਤੇ ਜਿਗਾ ਸਜ ਰਹੀ ਹੈ, ਉੱਪਰ ਮਹਾਰਾਜ ਸਾਹਿਬ ਜੀ ਦੇ ਕਲਗੀ ਸਜੀ ਹੋਈ ਹੈ, ਸੀਸ ਤੇ ਝੂਲਦੀ ਹੋਈ ਕਲਗੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਉੱਪਰ ਸੁੰਦਰ ਮਹਾਰਾਜ ਦੇ ਚਿਹਰੇ ਦੇ ਉੱਪਰ ਬੜੀ ਹੀ ਫੱਬ ਰਹੀ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਸਤਕ ਦਾ ਜ਼ਿਕਰ ਕਰਦੇ ਹੈ, ਹਜੂਰ ਦੇ ਨੇਤਰਾਂ ਦਾ ਜ਼ਿਕਰ ਕਰਦੇ ਹੈ, ਭਰਵੱਟਿਆਂ ਦਾ ਜ਼ਿਕਰ ਕਰਦੇ ਹੈ, ਪਲਕਾਂ ਦਾ ਜ਼ਿਕਰ ਕਰਦੇ ਹੈ, ਮਹਾਰਾਜ ਦਾ ਨੱਕ ਕੈਸਾ ਲੱਗਦਾ ਹੈ, ਹਜੂਰ ਦੇ ਮੁਸ਼ਹਿਰੇ ਕੈਸੇ ਹੈ, ਦਾੜਾ ਕੈਸਾ ਹੈ, ਬੁੱਲ ਕੈਸੇ ਹੈ, ਗਰਦਨ ਕੈਸੀ ਹੈ, ਠੋਡੀ ਕੈਸੀ ਹੈ। ਇਹ ਬਿਨਾਂ ਵੇਖੇ ਤੋਂ ਕਿਵੇਂ ਕੋਈ ਵਰਣਨ ਕਰ ਸਕਦਾ ਹੈ। ਤੇ ਇਹ ਸਤਿਗੁਰਾਂ ਜੀ ਦੇ ਸਰੂਪ ਦਾ ਵਰਣਨ ਕਰਦਿਆਂ ਹੋਇਆਂ ਕਵੀਰਾਜ ਜੀ ਨੇ ਕਿਹਾ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ, ਮੈਂ ਆਪ ਦੇ ਸਰੂਪ ਦੀ ਆਭਾ ਨਹੀਂ ਲਿਖ ਸਕਦਾ ਮਹਾਰਾਜ ਜੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮੁਖ ਮੰਡਲ ਤੋਂ ਕਿਹੋ ਜਿਹਾ ਪ੍ਰਤਾਪ, ਕਿਹੋ ਜਿਹਾ ਨੂਰ ਟਪਕਦਾ ਹੈ, ਇਹ ਕਵੀਰਾਜ ਕਹਿੰਦੇ ਮੇਰੇ ਕੋਲ ਸ਼ਬਦ ਨਹੀਂ ਸਰੋਤਾ ਜਨੋ ਕਿ ਮੈਂ ਸ਼ਬਦਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਰੂਪ ਦੀ ਨੁਹਾਰ ਲਿਖਦਿਆਂ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਦਾ ਪ੍ਰਤਾਪ ਲਿਖਦਿਆਂ ਸ਼ਬਦ ਮੁੱਕ ਜਾਂਦੇ ਹੈ, ਸ਼ਬਦ ਕੋਸ਼ ਖਾਲੀ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਦੇ ਸਰੂਪ ਨੂੰ ਮੈਂ ਵਰਣਨ ਨਹੀਂ ਕਰ ਸਕਦਾ। ਫਿਰ ਮਹਾਰਾਜ ਦੀ ਗੱਜ ਚੌੜੀ ਛਾਤੀ ਦੱਸਦੇ ਹੈ, ਗੋਡਿਆਂ ਤੋਂ ਲੰਮੀਆਂ ਭੁਜਾਵਾਂ ਦੱਸਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪੇਟ ਦੇ ਉੱਤੇ ਕਿਵੇਂ ਜਿਹੜੇ ਆ ਉਹ ਵਲ ਪੈਂਦੇ ਹੈ, ਸਤਿਗੁਰੂ ਜੀ ਦੇ ਸੱਚੇ ਪਾਤਸ਼ਾਹ ਦੇ ਚਰਨ ਕੈਸੇ ਹੈ, ਪਿੰਜਣੀਆਂ ਕੈਸੀਆਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਕੈਸਾ ਚੋਲਾ ਪਹਿਰਿਆ ਹੋਇਆ ਹੈ, ਕਿਵੇਂ ਗਾਤਰੇ ਸ਼ਸਤਰ ਪਹਿਨੇ ਹੋਏ ਆ, ਪੱਥਾ ਕਿਵੇਂ ਮਹਾਰਾਜ ਦੇ ਜਿਹੜਾ ਹੈ ਕਮਰ ਕੱਸੇ ਵਿੱਚ ਸਜ ਰਿਹਾ ਹੈ। ਇਉਂ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਅਸਥਾਨ ਨੂੰ ਜਾਣਾ, ਤਿਆਰ ਹੋਣਾ, ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਨਕੀਬ ਤੇ ਪਾਠ ਚੱਲਣੇ, ਹਜੂਰ ਦੇ ਦਰਬਾਰ ਦਾ ਜਿਹੜਾ ਨਜ਼ਾਰਾ ਬੰਨਣਾ, ਇਹ ਬਿਨਾਂ ਦਰਸ਼ਨਾਂ ਤੋਂ ਕਿਵੇਂ ਹੋ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਆਪ ਜੀ ਨੂੰ ਪ੍ਰਤੱਖ ਹੁੰਦੇ ਤੇ ਆਪ ਆਪਣੇ ਮੁਖ ਤੋਂ ਆਪ ਮੁਹਾਰੇ ਫਿਰ ਕਵਿਤਾ ਰਾਹੀਂ ਜਦੋਂ ਉਚਾਰਨ ਕਰਦੇ ਤੇ ਲਿਖਾਰੀ ਲਿਖਣ ਵਾਲੇ ਵੀ ਇਉਂ ਬਿਸਮਾਦ ਹੁੰਦੇ ਕਿ ਕਵੀਰਾਜ ਕਿਵੇਂ ਆਪਣੇ ਮੁਖ ਤੋਂ ਉਚਾਰਨ ਕਰ ਰਹੇ ਜਿਵੇਂ ਅੱਖਾਂ ਨਾਲ ਡਿੱਠ ਰਹੇ ਹੋਣ, ਵੇਖ ਰਹੇ ਹੋਣ। ਇਹ ਫਿਰ ਵੀ ਕਵੀਰਾਜ ਜੀ ਨੇ ਸਰੋਤ ਲਿਖੇ ਹੈ ਕਿ ਅਸੀਂ ਕਿੰਨਾ ਸਰੋਤਾਂ ਤੋਂ ਇਹ ਪਵਿੱਤਰ ਕਥਾ ਜਿਹੜੀ ਹੈ ਹਜੂਰ ਦੀ 10 ਪਾਤਸ਼ਾਹੀਆਂ ਦਾ ਜੀਵਨ ਜੋ ਲਿਖਿਆ ਹੈ ਉਹ ਜਿਵੇਂ ਜ਼ਿਕਰ ਆ ਰਿਹਾ ਹੈ, ਆਪ ਸੁਣੋ ਪਿਆਰ ਨਾਲ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਇਤਿਹਾਸ ਪੁਨੀਤਾ। ਤੋ ਕਵੀਰਾਜ ਕਹਿੰਦੇ ਨੇ ਸ਼੍ਰੀ ਨਾਨਕ ਜੋ ਸ਼੍ਰੀ ਸ਼੍ਰੋਮਣੀ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜੂਰ ਦਾ ਜੋ ਪਵਿੱਤਰ ਇਤਿਹਾਸ ਹੈ, ਇਹ ਜੀਵਨ ਦਾ ਗ੍ਰੰਥ ਅਨੁਸਾਰ ਕਥੀ ਮੈਂ ਰੀਤਾ। ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਲਿਖਣ ਦੀ ਜਿਹੜੀ ਹੈ ਸ਼ੈਲੀ, ਇਹ ਜਿਹੜਾ
ਸਤਿਗੁਰਾਂ ਜੀ ਦਾ ਪਵਿੱਤਰ ਇਤਿਹਾਸ ਲਿਖਿਆ ਅਸੀਂ, ਸਾਡਾ ਪਹਿਲਾ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਸੀਂ ਸਰੋਤ ਲਏ ਹੈ। ਹੁਣ ਕੋਈ ਕਹੇ ਕਿ ਸਰੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕਿਵੇਂ ਲਏ ਹੈ? ਕਵਿਰਾਜ ਜਦੋਂ ਇਤਿਹਾਸ ਲਿਖਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਪਣੀ ਬਾਣੀ ਵਿੱਚ ਉਪਦੇਸ਼ ਦਿੰਦੇ ਹੈ, ਜਿਵੇਂ ਜਿਵੇਂ ਇਤਿਹਾਸ ਦਾ ਵਰਣਨ ਆਉਂਦਾ ਹੈ, ਕਵਿਰਾਜ ਥਾਂ ਥਾਂ ਤੇ ਮਹਾਰਾਜ ਦੇ ਮੁਖ ਤੋਂ ਨਾਮ ਦੀ ਵਡਿਆਈ ਕਥਨ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਅੰਦਰ ਵਾਕਿਆ ਵਰਤਦੇ ਹੈ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਪੰਜੇ ਹੀ ਸਿੱਖ ਜਦੋਂ ਅੰਮ੍ਰਿਤਸਰ ਸਾਹਿਬ ਆਉਂਦੇ ਹੈ, ਹਜੂਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਨੂੰ ਪੁੱਛਿਆ ਹੈ ਕਿ ਭਾਈ ਬਿਧੀ ਚੰਦ ਜੀ ਤੁਸੀਂ ਆਏ ਲਾਹੌਰੋਂ, ਪਰ ਪਿਤਾ ਜੀ ਨਾਲ ਨਹੀਂ ਆਏ। ਸਤਿਗੁਰਾਂ ਨੇ ਜਦੋਂ ਇੰਨੀ ਪ੍ਰੀਤ ਨਾਲ ਪੁੱਛਿਆ, ਬਿਧੀ ਚੰਦ ਜੀ ਦੇ ਨੇਤਰ ਭਰ ਗਏ ਤੇ ਸਿੱਖਾਂ ਨੇ ਨੀਵੀਆਂ ਪਾ ਲਈਆਂ ਕਿ ਮਹਾਰਾਜ ਨੂੰ ਕੀ ਦਸੀਏ ਕਿ ਸਤਿਗੁਰੂ ਤੇ ਸ਼ਹੀਦ ਹੋ ਗਏ ਹੈ। ਫਿਰ ਬਿਧੀ ਚੰਦ ਜੀ ਨੇ ਸਤਿਗੁਰਾਂ ਜੀ ਨੂੰ ਇਹ ਸਾਰਾ ਪ੍ਰਸੰਗ ਜਿਹੜਾ ਸੀ ਮਹਾਰਾਜ ਦੀ ਸ਼ਹਾਦਤ ਦਾ ਦੱਸਿਆ। ਪੰਜਾਂ ਗੁਰਸਿੱਖਾਂ ਨੇ ਮਹਾਰਾਜ ਦੀ ਸ਼ਹਾਦਤ ਵੇਖੀ। ਉਸ ਸਮੇਂ ਘਰ ਵਿੱਚ ਸੁਭਾਵਿਕ ਸੀਗਾ ਕਿ ਐਸਾ ਮਨ ਦੇ ਅੰਦਰ ਸਭ ਦੇ ਜਿਹੜਾ ਸੀ ਉਦਾਸੀ ਛਾ ਜਾਣੀ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਕਿ ਘਰ ਵਿੱਚ ਮਾਤਾ ਜੀ ਬੈਰਾਗ ਕਰਦੇ ਹੈ, ਹੋਰ ਸਭ ਦੇ ਮਨ ਉਦਾਸ ਹੋ ਗਏ ਹੈ, ਉਸ ਸਮੇਂ ਸਤਿਗੁਰਾਂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਹੈ। ਮਹਾਰਾਜ ਦੇ ਮੁਖ ਤੋਂ ਉਪਦੇਸ਼ ਹੈ। ਉਸ ਸਮੇਂ ਕਵਿਰਾਜ ਜੀ ਨੇ ਉੱਥੇ ਲਿਖਿਆ ਹੈ ਕਿ ਹਜੂਰ ਆਪ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਾਓ ਘਰ ਵਿੱਚ ਜਾ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਦ੍ਰਿੜਾਉਣਾ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਗੁਰੂ ਨਾਨਕ ਸਾਹਿਬ ਨੇ ਨਾਮ ਦੇ ਵਿੱਚ ਲੱਗ ਕਰਕੇ ਆਪਣੇ ਮਨ ਦਾ ਜਿਹੜਾ ਉਪਰਾਮਤਾ ਹੈ ਮਨ ਦੀ, ਉਸ ਨੂੰ ਦੂਰ ਕਰਨਾ ਕਰੋ। ਇਹ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦਾ ਜ਼ਿਕਰ ਬਾਬਾ ਬੁੱਢਾ ਸਾਹਿਬ ਜੀ ਨੇ ਘਰ ਵਿੱਚ ਜਾ ਕਰਕੇ ਕਰਨਾ, ਸਭ ਨੂੰ ਸ਼ਾਂਤ ਕਰਨਾ, ਸੋਗ ਮਟਾਉਣਾ। ਇਉਂ ਇਹ ਕਵਿਰਾਜ ਜੀ ਕਹਿੰਦੇ ਹੈ ਜੋ ਕੁਝ ਇਸ ਪਾਵਨ ਗ੍ਰੰਥ ਦੇ ਅੰਦਰ ਅਸੀਂ ਨਾਮ ਦੀ ਮਹਿਮਾ ਕਹੀ ਹੈ, ਉਹਦਾ ਸਭ ਤੋਂ ਵੱਡਾ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਸਤਿਗੁਰਾਂ ਜੀ ਦੀ ਬਾਣੀ ਦੇ ਅਨੁਸਾਰ ਸਤਿਗੁਰਾਂ ਜੀ ਦੇ ਮੁਖ ਤੋਂ ਸਿੱਖਿਆ ਜਿਹੜੀ ਹੈ ਉਹ ਕਵਿਰਾਜ ਜੀ ਨੇ ਸਿੱਖਾਂ ਨੂੰ ਦ੍ਰਿੜਾਈ। ਭਾਵ ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸਾਰੀਆਂ ਸ਼ਬਦਾਂ ਦੀਆਂ ਉਥਾਨਕਾਵਾਂ ਵੀ ਜਿਹੜੀਆਂ ਹਨ ਇਹ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਮਿਲਦੀਆਂ ਹਨ। ਕਿਉਂਕਿ ਜਿਹੜਾ ਇਤਿਹਾਸ ਹੁੰਦਾ ਨਾ ਇਹ ਕੌਮਾਂ ਦੇ ਅੰਦਰ ਨਵੀਂ ਰੂਹ ਫੂਕਦਾ ਹੈ, ਕੌਮ ਨੂੰ ਨਰੋਈ ਕਰਦਾ ਹੈ। ਇਸੇ ਕਰਕੇ ਜਿਹੜੇ ਕੋਈ ਸਿੱਖ ਵਿਰੋਧੀ ਹੈ ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਨਾਲ ਜ਼ਿਆਦਾ ਜਿਹੜੀ ਹੈ ਤਕਲੀਫ ਹੁੰਦੀ ਹੈ, ਕਿਉਂਕਿ ਭਾਈ ਸਾਹਿਬ ਨੇ ਇਤਿਹਾਸ ਜੋ ਐਡਾ ਵੱਡਾ ਰਚ ਦਿੱਤਾ ਤੇ ਭਾਈ ਸਾਹਿਬ ਦੇ ਐਡੇ ਚਮਕਦੇ ਨਾਮ ਨੂੰ ਉਹ ਦਾਗੀ ਕਰਨਾ ਚਾਹੁੰਦੇ ਹੈ। ਪਰ ਜੇ ਕੋਈ ਆਕਾਸ਼ ਵੱਲ ਨੂੰ ਥੁੱਕੇ ਤੇ ਉਹਦੇ ਆਪਣੇ ਹੀ ਮੂੰਹ ਤੇ ਪੈ ਜਾਂਦਾ ਹੈ। ਆਕਾਸ਼ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ ਨਾ। ਭਾਈ ਸੰਤੋਖ ਸਿੰਘ ਸਾਹਿਬ ਜੀ ਮਹਾਨ ਕਵੀ, ਚੂੜਾਮਣ ਕਵੀ, ਉਹਨਾਂ ਦਾ ਤਾਂ ਨਾਮ ਹੀ ਐਡਾ ਉੱਚਾ ਹੈ, ਕੋਈ ਉਹਨਾਂ ਦਾ ਕੀ ਵਿਗਾੜ ਸਕਦਾ ਹੈ, ਕਿਉਂਕਿ ਉਹਨਾਂ ਨੇ ਤਾਂ ਐਡਾ ਵਡਮੁੱਲਾ ਖਜ਼ਾਨਾ ਪੰਥ ਨੂੰ ਦਿੱਤਾ ਹੈ ਜਿਹਦਾ ਸਾਧ ਸੰਗਤ ਜੀ ਕੋਈ ਦੇਣ ਨਹੀਂ ਦਿੱਤੀ ਜਾ ਸਕਦੀ। ਇਉਂ ਕਵਿਰਾਜ ਜੀ ਨੇ ਆਪਣੀ ਕਵਿਤਾ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋ ਜੀਵਨ ਦਾ ਪਵਿੱਤਰ ਇਤਿਹਾਸ ਅਸੀਂ ਕਿਹਾ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਇਤਿਹਾਸ ਜੋ ਅਸੀਂ ਲਿਖਿਆ, ਸਭ ਦਾ ਸਾਡਾ ਸਭ ਤੋਂ ਵੱਡਾ ਪਹਿਲਾ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੇ ਕਈਆਂ ਦਾ ਇਹ ਸ਼ੰਕਾ ਹੁੰਦਾ ਕਿ ਵੇਖੋ ਜੀ ਇਹ ਕਿਉਂਕਿ ਕਈ ਜਿਹੜੇ ਸ਼ੰਕਾਵਾਦੀ ਹੈ ਨਾ ਉਹ ਕਹਿੰਦੇ ਇੱਕ ਦੋ ਸਾਖੀਆਂ ਠੀਕ ਹੈ, ਬਾਕੀ ਸਾਰੀਆਂ ਹੀ ਗਲਤ ਹੈ, ਤੇ ਉਹ ਤਾਂ ਸਾਰੇ ਹੀ ਸ਼੍ਰੀ ਨਾਨਕ ਪ੍ਰਕਾਸ਼ ਨੂੰ ਰੱਦ ਕਰਦੇ ਹੈ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰੱਦ ਕਰਦੇ ਹੈ। ਜੇ ਕਾਰਨ ਪੁੱਛੀਏ ਕਹਿੰਦੇ ਜੀ ਇਹਦੇ 'ਚ ਕਰਾਮਾਤਾਂ ਦਾ ਜ਼ਿਕਰ ਕੀਤਾ ਹੋਇਆ, ਇਸ ਕਰਕੇ ਇਹ ਠੀਕ ਨਹੀਂ ਹੈ। ਤੇ ਫਿਰ ਕਰਾਮਾਤਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਕੀਤਾ ਹੋਇਆ, ਉਹਨਾਂ ਦੇ ਮੁਤਾਬਕ ਤਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮੰਨਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਰਾਮਾਤ ਨਹੀਂ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ, ਇਹ ਕਰਾਮਾਤ ਨਹੀਂ। ਕਬੀਰ ਜੀ ਨੂੰ ਜਦੋਂ ਕਹਿੰਦੇ ਆ ਗੰਗਾ ਦੀਆਂ ਲਹਿਰਾਂ ਵਿੱਚ ਸਿੱਟ ਦਿੱਤਾ ਜੰਜੀਰਾਂ ਨਾਲ ਬੰਨ੍ਹ ਕਰਕੇ,
ਤੇ ਕਬੀਰ ਜੀ ਦੇ ਉਸ ਸਮੇਂ ਦੀ ਗਵਾਹੀ ਬਾਣੀ ਵਿੱਚ ਲਿਖੀ ਹੋਈ ਹੈ। ਕਬੀਰ ਸਾਹਿਬ ਜੀ ਦੀ ਆਪਣੀ ਰਚਨਾ ਵੀ ਹੈ। ਤੋ ਕਬੀਰ ਸਾਹਿਬ ਜੀ ਦਾ ਜਦੋਂ ਗੰਗਾ ਦੇ ਵਿੱਚ ਉਹਨਾਂ ਨੂੰ ਬੰਨ੍ਹ ਕਰਕੇ ਸਿੱਟਣਾ ਤੇ ਜੰਜੀਰਾਂ ਟੁੱਟ ਜਾਣੀਆਂ ਤੇ ਮ੍ਰਿਗਸ਼ਾਲਾ ਪਾਣੀ ਵਿੱਚੋਂ ਪ੍ਰਗਟ ਹੋਣੀ, ਉਹਦੇ ਤੇ ਚੌਂਕੜਾ ਲਾ ਕਰਕੇ ਕਬੀਰ ਸਾਹਿਬ ਜੀ ਇਉਂ ਬੈਠ ਗਏ ਜਿਵੇਂ ਧਰਤੀ ਦੇ ਉੱਤੇ ਕੋਈ ਬੈਠਾ ਹੁੰਦਾ ਹੈ। ਫਿਰ ਮਹਾਰਾਜ ਜੀ ਨੇ ਇਹ ਜਿਹੜਾ ਹੈ ਨਰਸਿੰਘ ਦਾ ਪ੍ਰਗਟ ਹੋਣਾ, ਥੰਮ ਉਪਾੜ ਹਰ ਕੀਆ ਵਿਸਥਾਰ, ਇਹ ਕਰਾਮਾਤ ਨਹੀਂ ਹੈ। ਇਉਂ ਮਨ ਦੇ ਅੰਦਰ ਜਿਹੜੇ ਸ਼ੰਕੇ ਹੈ ਨਾ, ਉਹਨਾਂ ਨੂੰ ਦੂਰ ਕਰਕੇ ਸਤਿਗੁਰਾਂ ਜੀ ਦੀ ਬਾਣੀ ਦੇ ਜਿਹੜੇ ਹੈ ਨਾ ਉਪਦੇਸ਼ ਵਿੱਚੋਂ, ਉਸ ਸਰੋਤ ਵਿੱਚੋਂ ਜੇ ਆਪਾਂ ਇਤਿਹਾਸ ਨੂੰ ਵੇਖਾਂਗੇ ਤੇ ਸਾਰਾ ਇਤਿਹਾਸ ਹੀ ਸਾਨੂੰ ਪ੍ਰੇਮ ਦੇ ਸਹਿਤ ਸਿੱਖਿਆ ਦ੍ਰਿੜਾਉਂਦਾ ਪ੍ਰਤੀਤ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦੇ ਆਂਸ਼ੇ ਮੁਤਾਬਕ ਇਹ ਕਵੀਰਾਜ ਜੀ ਕਹਿੰਦੇ ਅਸੀਂ ਪਵਿੱਤਰ ਇਤਿਹਾਸ ਜਿਹੜਾ ਹੈ ਉਹ ਸਿਰਜਣਾ ਕੀਤਾ ਹੈ। ਪਹਿਲਾ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਕਿਉਂਕਿ ਜਿਨ ਕਿਤੋਂ ਕਿਤੋਂ ਸ਼ੰਕਿਆਂ ਵਾਲੀਆਂ ਗੱਲਾਂ ਲੱਭਣੀਆਂ ਤੇ ਫਿਰ ਜਿਹੜਾ ਜੋ ਕੁਝ ਲੱਭਣ ਆਇਆ ਹੋਵੇ, ਨਿੰਦਕ ਨੂੰ ਨਿੰਦਾ ਹੀ ਦਿਸਦੀ ਰਹਿੰਦੀ ਹੈ, ਉਹਨੂੰ ਛਿੱਦਰ ਹੀ ਦਿਸਦੇ ਰਹਿੰਦੇ ਹੈ। ਪਰ ਜਦੋਂ ਕਿਤੇ ਪਿਆਰ ਨਾਲ ਇਸ ਕਥਾ ਨੂੰ ਪੜ੍ਹੇ ਜਾਂ ਸੁਣੇ ਤਾਂ ਆਪਣੇ ਆਪ ਹੀ ਇਸ ਕਥਾ ਦੇ ਪੜ੍ਹਦਿਆਂ ਸੁਣਦਿਆਂ ਪਤਾ ਲੱਗੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਨੂੰ ਦ੍ਰਿੜਾਉਂਦੀ ਹੈ ਇਹ ਪਵਿੱਤਰ ਇਤਿਹਾਸ ਦੀ ਕਥਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਸਿੱਖਿਆਵਾਂ ਜਿਹੜੀਆਂ ਹਨ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਆਂਸ਼ੇ ਮੁਤਾਬਕ ਗੁਰਸਿੱਖਾਂ ਨੂੰ ਗੁਰਸਿੱਖੀ ਵਿੱਚ ਪ੍ਰਪੱਕ ਕਰਦੀ ਹੈ ਇਤਿਹਾਸ ਦੀ ਕਥਾ। ਕਵੀਰਾਜ ਕਹਿੰਦੇ ਸਾਡਾ ਪਹਿਲਾ ਸਰੋਤ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਸ ਅਨੁਸਾਰ ਪੰਕਤੀ ਲਿਖ ਰਹੇ ਆ, ਵੇਖੋ ਕਵੀਰਾਜ ਦੀ ਆਪਣੀ ਲਿਖਤ ਹੈ। ਕੀ ਕਹਿੰਦੇ ਹਨ, ਫਿਰ ਪੜ੍ਹਦੇ ਹੋ। ਗ੍ਰੰਥ ਅਨੁਸਾਰ ਕਥੀ ਮੈਂ ਰੀਤਾ, ਕਹਿੰਦੇ ਗ੍ਰੰਥ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ, ਭਾਵ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧ ਕਰਨਾ ਚਾਹੁੰਦੇ ਆ ਨਾਸਤਕ ਕਿ ਗੁਰੂ ਗ੍ਰੰਥ ਸਾਹਿਬ ਦੇ ਆਂਸ਼ੇ ਤੋਂ ਉਲਟ ਹੈ ਜੀ ਇਤਿਹਾਸ, ਗੁਰੂ ਗ੍ਰੰਥ ਸਾਹਿਬ ਜੀ ਦੇ ਆਂਸ਼ੇ ਤੋਂ ਉਲਟ ਨੇ ਇਹ ਗੱਲਾਂ। ਪਰ ਕਵੀਰਾਜ ਕਹਿੰਦੇ ਹੈ ਕਿਉਂਕਿ ਜੋ ਸ਼ਰਾਰਤੀਆਂ ਵੱਲੋਂ ਕੋਈ ਹਰਕਤ ਕੀਤੀ ਗਈ ਹੈ ਤਾਂ ਉਹਦਾ ਨੋਟ ਭਾਈ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਦਿੱਤੇ ਹੋਏ ਹੈ ਬਕਾਇਦਾ, ਕਿ ਇਹ ਜਿਹੜੀ ਗੱਲ ਵੈ ਇਹ ਕਵੀਰਾਜ ਲਿਖ ਨਹੀਂ ਸਕਦੇ, ਕਿਉਂਕਿ ਕਵੀਰਾਜ ਦੇ ਜੀਵਨ ਨੂੰ ਨੇੜਿਓਂ ਹੋ ਕਰਕੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਤੱਕਿਆ। ਕਿਉਂਕਿ ਜਦੋਂ ਕਿਸੇ ਵਿਦਵਾਨ ਦੀ ਲਿਖਤ ਨੂੰ ਪੜ੍ਹੀਏ ਨਾ, ਉਹ ਉਹਦੀ ਸੰਗਤ ਕਰਨ ਵਾਂਗ ਹੁੰਦਾ ਹੈ। ਕਵੀਰਾਜ ਜੀ ਦੀ ਸੰਗਤ ਕਿਵੇਂ ਕੀਤੀ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ, ਇਹ ਸਾਰਾ ਜੋ ਕਵੀਰਾਜ ਦਾ ਲਿਖਿਆ ਹੋਇਆ ਖਜ਼ਾਨਾ ਸੀ ਨਾ, ਉਹਨਾਂ ਦੇ ਹੋਰ ਵੀ ਗ੍ਰੰਥ ਜਿਹੜੇ ਸੀ ਉਹ ਸਾਰੇ ਹੀ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਵਾਚੇ, ਪੜ੍ਹੇ ਤੇ ਆਪ ਉੱਚ ਕੋਟੀ ਦੇ ਵਿਦਵਾਨ ਹੋਏ। ਇਸ ਕਰਕੇ ਉਹਨਾਂ ਨੂੰ ਕਵੀਰਾਜ ਦੇ ਜੀਵਨ ਦਾ, ਉਹਨਾਂ ਦੀ ਸੰਗਤ ਦਾ ਜਿਹੜਾ ਸੀ ਨਾ ਅਸਰ, ਉਹ ਮਾਲੂਮ ਹੋਇਆ ਕਿ ਕੈਸੇ ਮਹਾਨ ਪੁਰਖ ਸੀ, ਕੈਸੇ ਵਿਦਵਾਨ ਸਨ। ਇਸ ਕਰਕੇ ਭਾਈ ਸਾਹਿਬ ਨੇ ਆਪਣੀ ਜਿਹੜੇ ਉਹ ਨਾਲ ਟੂਕਾਂ ਦਿੱਤੀਆਂ ਕਿ ਐਡਾ ਮਹਾਨ ਮਹਾਂਪੁਰਖ ਆਹ ਜਿਹੜੀ ਗੱਲ ਵੈ ਇਹ ਅਖੇਪਕ ਪਾਈ ਹੋਈ ਹੈ, ਇਹ ਨਹੀਂ ਲਿਖ ਸਕਦੇ। ਤੇ ਇਉਂ ਵੀ ਜ਼ਿਕਰ ਆਉਂਦਾ ਹੈ ਕਿ ਕਵੀਰਾਜ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਸਨ ਉਹ ਸੋਧਾਂ ਕਰਨਾ ਵੀ ਚਾਹੁੰਦੇ ਸਨ, ਭਾਵੇਂ ਕਿ ਇਸ ਦਾ ਮਤਲਬ ਕੋਈ ਇਹ ਨਾ ਲਵੇ ਕਿ ਉਹ ਜਿਹੜਾ ਕਵੀਰਾਜ ਆਪ ਸੋਧਾਂ ਕਰਨਾ ਚਾਹੁੰਦੇ ਸਨ ਪਰ ਕਰ ਨਹੀਂ ਸਕੇ। ਕਵੀਰਾਜ ਸਾਹਿਬ ਜੀ ਜਿਹੜਾ ਸੀ ਉਹ ਇੱਕ ਗ੍ਰੰਥ ਐਸਾ ਸੀਗਾ ਜਿਹੜਾ ਨਿਰਮਲੇ ਸੰਤਾਂ ਦਾ ਇਹਦੇ ਵਿੱਚ ਜ਼ਿਕਰ ਆਇਆ ਕਿ ਉਹਨਾਂ ਨੇ ਆਪਣੇ ਅੱਖੀਂ ਤੱਕਿਆ ਸੀ ਕੈਂਥਲ ਦੇ ਅੰਦਰ, ਜਿਹੜੇ ਕਿ ਲਾਲ ਲੀਕਾਂ ਦੇ ਨਾਲ ਕੁਝ ਥਾਵਾਂ ਤੇ ਅੰਡਰਲਾਈਨ ਕੀਤੇ ਹੋਏ ਸਨ, ਭਾਵ ਕਿ ਉਹਨਾਂ ਨੂੰ ਜਿਵੇਂ ਕਵੀਰਾਜ ਕੋਈ ਛੰਦਾਂ ਦੀ ਜਿਹੜੀ ਚਾਲ ਜਿਹੜੀ ਸੀ ਉਹਨੂੰ ਦਰੁਸਤ ਕਰਨਾ ਚਾਹੁੰਦੇ ਸਨ, ਪਰ ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਸਾਰਾ ਮੁਤਾਲਿਆ ਕਰਦਿਆਂ ਹੋਇਆਂ ਦੱਸਿਆ ਹੈ ਕਿ ਜਿਹੋ ਜਿਹੀਆਂ ਛੰਦਾਂ ਦੀਆਂ ਚਾਲਾਂ ਸਾਰੀਆਂ ਤੋਲ ਵਿੱਚ ਪੂਰੀਆਂ ਹਨ, ਕਿਸੇ ਪੱਖ ਤੋਂ ਵੀ ਕੋਈ ਛੰਦ ਦੀ ਚਾਲ ਜਿਹੜੀ ਉਹਦੇ ਵਿੱਚ ਕਮੀ ਨਹੀਂ, ਘੱਟ ਨਹੀਂ, ਤੇ ਜਿਹੜਾ ਲੋੜੇ ਦਾ ਹੀ ਰੂਪ ਸਭ ਛੰਦਾਂ ਦੇ ਉੱਤੇ ਦਿੱਤਾ ਹੋਇਆ ਹੈ। ਹਰ ਪੱਖ ਤੋਂ ਜਿਹੜੀ ਹੈ ਕਵੀਰਾਜ ਜੀ ਦੀ ਕਵਿਤਾ ਜਿਹੜੀ ਹੈ ਨਾ ਉਹ ਆਪਣੇ ਆਪ ਵਿੱਚ ਬੜੀ ਹੀ ਸੁੰਦਰ ਹੈ। ਇਉਂ ਕਵੀਰਾਜ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਇਹ ਪਵਿੱਤਰ ਕਥਾ ਅਸੀਂ ਕਥਨ ਕੀਤੀ ਹੈ। ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਹੈ, ਇਸ ਰੀਤੀ ਦੇ ਮੁਤਾਬਕ, ਇਸ ਮਰਿਆਦਾ ਦੇ ਮੁਤਾਬਕ ਇਹ ਕਥਾ ਜਿਹੜੀ ਹੈ
ਕਥਨ ਕੀਤੀ ਹੈ। ਪੁਨ ਗੁਰਦਾਸ ਭਇਓ ਜੋ ਭਾਈ। ਫਿਰ ਦੂਸਰਾ ਸਰੋਤ ਕਵਿਰਾਜ ਕਹਿੰਦੇ ਐ ਪੁੰਨ ਭਾਈ ਗੁਰਦਾਸ ਪੁੰਨ, ਫਿਰ ਇਉਂ ਪੰਕਤੀ ਫਿਰ ਪੜੋ। ਪੁਨ ਗੁਰਦਾਸ ਭਇਓ ਜੋ ਭਾਈ। ਪੁੰਨ ਫਿਰ ਕਹਿੰਦੇ ਜੋ ਭਾਈ ਗੁਰਦਾਸ ਸਾਹਿਬ ਜੀ ਹੋਏ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜੂਰ। ਕਛੁਕ ਕੀਨ ਜੇ ਗੁਰੂ ਵਡਾਈ। ਉਹਨਾਂ ਨੇ ਕੁਝ ਕੁ ਜਿਹੜੀ ਗੁਰੂ ਸਾਹਿਬ ਦੀ ਵਡਿਆਈ ਕੀਤੀ ਹੈ ਆਪਣੀਆਂ ਵਾਰਾਂ ਵਿੱਚ। ਸ੍ਰੀ ਅਰਜਨ ਕੀ ਰਹਿਤ ਹਜੂਰਾ। ਉਹ ਭਾਈ ਗੁਰਦਾਸ ਸਾਹਿਬ ਨੇ ਹੁਣ ਹਵਾਲਾ ਦੇ ਆਏ ਨਾ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਵੀ ਹੋਏ, ਪਰ ਕਵਿਰਾਜ ਇੱਥੇ ਨਿਰਣਾ ਹੀ ਦੇ ਰਹੇ ਹੈ। ਕਹਿੰਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਹਜੂਰ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਹੋਏ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਹੱਥਾਂ ਨਾਲ ਲਿਖਿਆ। ਗੁਰੂ ਸਾਹਿਬ ਜੀ ਆਪਣੇ ਕੰਠ ਤੋਂ ਉਚਾਰਦੇ, ਭਾਈ ਗੁਰਦਾਸ ਸਾਹਿਬ ਜੀ ਲਿਖਿਆ ਕਰਦੇ ਸੀਗੇ। ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ। ਉਹ ਸਿੱਖੀ ਵਿੱਚ ਸਭ ਤੋਂ ਅਦਕ ਸੀ ਭਾਈ ਗੁਰਦਾਸ ਜੀ, ਤੇ ਪ੍ਰੇਮ ਦਾ ਵਰਤ ਜਿਨ੍ਹਾਂ ਨੇ ਪੂਰਨ ਨਿਭਾਇਆ ਸਤਿਗੁਰਾਂ ਜੀ ਦੇ ਚਰਨਾਂ ਨਾਲ। ਸੁਨ ਗੁਰ ਅਰਜਨ ਜਿਹ ਕੀ ਬਾਣੀ। ਜਿਨ੍ਹਾਂ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਸੀ ਭਾਵ ਵਾਰਾਂ ਸੁਣ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਰ ਦੀਨੋ ਇਸ ਬਿਦ ਗਤ ਦਾਨੀ। ਮੁਕਤੀ ਦਾਤਾ ਸਤਿਗੁਰਾਂ ਜੀ ਨੇ ਇਸ ਪ੍ਰਕਾਰ ਵਰ ਦਿੱਤਾ ਸੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿ ਤੁਹਾਡੀ ਬਾਣੀ ਜਿਹੜੀ ਆ ਉਹ ਕੁੰਜੀ ਅਖਵਾਵੇਗੀ। ਪੜ੍ਹੇ ਪ੍ਰੇਮ ਕਰਕੇ ਸਿੱਖ ਜੋ। ਜਿਹੜਾ ਸਿੱਖ ਪ੍ਰੇਮ ਕਰਕੇ ਪੜ੍ਹੇਗਾ ਭਾਈ ਗੁਰਦਾਸ ਜੀ ਤੁਹਾਡੀ ਇਹ ਬਾਣੀ ਨੂੰ, ਸਿੱਖੀ ਕੋ ਪ੍ਰਾਪਤ ਹਵੈ ਸੋ। ਉਹ ਸਿੱਖੀ ਨੂੰ ਪ੍ਰਾਪਤ ਹੋਵੇਗਾ। ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਭਾਈ ਗੁਰਦਾਸ ਸਾਹਿਬ ਜੀ ਨੂੰ ਕਿ ਜਿਹੜਾ ਸਿੱਖ ਤੁਹਾਡੀਆਂ ਵਾਰਾਂ ਨੂੰ ਪੜ੍ਹੇਗਾ, ਬਾਣੀ ਨੂੰ ਪੜ੍ਹੇਗਾ, ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਤੇ ਅਨੁਸਾਰ ਕਥੀ ਮੈਂ ਗਾਥਾ। ਹੁਣ ਦੂਸਰਾ ਭਾਈ ਸਾਹਿਬ ਜੀ ਦੱਸ ਰਹੇ ਆ ਕਿ ਤਿਹ ਅਨੁਸਾਰ ਕਥੀ ਮੈਂ ਗਾਥਾ। ਇਹ ਸਾਰੀ ਕਥਾ ਜਿਹੜੀ ਹੈ ਨਾ, ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਨੁਸਾਰ ਮੈਂ ਕਥਨ ਕੀਤੀ ਹੈ। ਤੇ ਹੁਣ ਜੇ ਕੋਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੇਖੋ ਜਸ ਵੈ, ਕੋਈ ਉੱਠ ਕਰਕੇ ਸ਼ੰਕਾ ਵੀ ਉਹ ਕਰਦੇ ਜਿਨ੍ਹਾਂ ਨੂੰ ਕੁਝ ਪਤਾ ਨਹੀਂ, ਕੁਝ ਪੜ੍ਹਾਈ ਨਹੀਂ ਕੀਤੀ, ਬਸ 2-4 ਸੁਰਾਂ ਸਿੱਖ ਲੈਂਦੇ ਆ, ਤਾਂ ਉਹ ਭਾਈ ਸੰਤੋਖ ਸਿੰਘ ਜੀ ਦਾ ਨਾਮ ਲੈ ਕਰਕੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ। ਭਾਈ ਸਾਹਿਬ ਜੀ ਦੱਸ ਰਹੇ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਅਨੁਸਾਰ ਮੈਂ ਜਿਹੜੀ ਇਹ ਕਥਾ ਜਿਹੜੀ ਹੈ ਕਥਨ ਕੀਤੀ ਹੈ। ਕਿਉਂਕਿ ਭਾਈ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਹੈ ਉਹ ਅਵਤਾਰ ਧਾਰਨਾ, ਉਹ ਅਲੰਕਾਰ ਪ੍ਰਗਟ ਕੀਤੇ ਆ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਕੀ ਕਿਹਾ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਬਾਬਤ? ਭਾਈ ਸਾਹਿਬ ਲਿਖਦੇ ਨੇ ਕਿ ਜਿਉਂ ਕਰ ਸੂਰਜ ਨਿਕਲਿਆ। ਗੁਰੂ ਸਾਹਿਬ ਜੀ ਦੇ ਅਵਤਾਰ ਨੂੰ ਸੂਰਵਤ ਕਿਹਾ ਹੈ, ਸੂਰਜਵਤ ਕਿਹਾ ਹੈ ਕਿ ਜਿਵੇਂ ਸੂਰਿਆ ਉਦੇ ਹੁੰਦਾ ਹੈ ਨਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਕਵਿਰਾਜ ਜੀ ਨੇ ਉਹ ਸਾਰਾ ਅਲੰਕਾਰ ਜਿਹੜਾ ਹੈ ਨਾ 2-2 ਪ੍ਰਸੰਗ ਲਾ ਦਿੱਤੇ। ਇਸ ਤਰ੍ਹਾਂ ਇੱਕ ਪੰਕਤੀ ਤੇ ਇੰਨਾ ਵਿਸਥਾਰ ਕੀਤਾ ਹੈ, ਜਿਵੇਂ ਸੂਖਸ਼ਮ ਭਾਵ ਨੂੰ ਚੱਕਿਆ ਤੇ ਉਹਦਾ ਵਿਸਥਾਰ ਕੀਤਾ ਕਵਿਰਾਜ ਜੀ ਨੇ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਕੀ ਹਾਲਾਤ ਸਨ ਉਹ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ ਹੈ ਕਿ ਖਹਿ ਮਰਦੇ ਬਾਹਮਣ ਮੌਲਾਣੇ। ਜਿਹੜਾ ਧਰਮ ਸੀ ਉਹ ਖੰਭ ਲਾ ਕੇ ਉੱਡ ਗਿਆ ਸੀਗਾ, ਧਰਤੀ ਪਾਪਾਂ ਨਾਲ ਭਰ ਚੁੱਕੀ ਸੀ। ਉਹ ਕਵਿਰਾਜ ਜੀ ਨੇ ਸਾਰਾ ਪ੍ਰਸੰਗ ਬਣਾ ਕੇ ਲਿਖਿਆ। ਇੱਕ ਪੰਕਤੀ ਦੇ 2-2 ਪ੍ਰਸੰਗ ਬਣਾਤੇ ਕਿ ਕਿਹੋ ਜੀ ਹਾਲਤ ਸੀਗੀ। ਫਿਰ ਭਾਈ ਸਾਹਿਬ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦੇ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੋ ਗਿਆ। ਉਹ ਵੀ ਕਵਿਰਾਜ ਜੀ ਨੇ ਐਨ ਦ੍ਰਿਸ਼ ਖਿੱਚ ਦਿੱਤੇ ਆ ਤਲਵੰਡੀ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਹੋਣਾ। ਫਿਰ ਉਹ ਭਾਈ ਸਾਹਿਬ ਜੀ ਦੀ ਉਹ ਪੰਕਤੀ ਹੈ ਜਿਵੇਂ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਕਵਿਰਾਜ ਜੀ ਨੇ ਏਡੇ ਸੋਹਣੇ ਅਲੰਕਾਰ ਦਿੱਤੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਨੂੰ ਸ਼ੇਰਵਤ ਪ੍ਰਗਟ ਕੀਤਾ ਕਿ ਮਹਾਰਾਜ ਸ਼ੇਰ ਦੀ ਤਰ੍ਹਾਂ ਪ੍ਰਗਟ ਹੋਏ ਇਸ ਸਰਜ਼ਮੀਨ ਦੇ ਉੱਤੇ। ਇਹੋ ਜੀ ਮਹਾਰਾਜ ਨੇ ਗਿਆਨ ਦੀ ਦਹਾੜ ਲਾਈ ਕਿ ਜਿਹੜੇ ਜਿਵੇਂ ਹਿਰਨ ਨੱਠ ਜਾਂਦੇ ਆ ਨਾ ਸ਼ੇਰ ਦੇ ਦਹਾੜਨ ਨਾਲ, ਇਵੇਂ ਕਹਿੰਦੇ ਪਾਪ ਨੱਠ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਨਾਲ ਹੀ ਪਾਪਾਂ ਦਾ ਨਾਸ਼ ਹੋਇਆ। ਇਹ ਕਵਿਰਾਜ ਜੀ ਨੇ ਸਾਰੇ ਸਰੋਤ ਜਿਹੜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਚੱਕ ਕੇ ਲਿਖੇ ਹੈ। ਤੇ ਵੇਖ ਲਓ ਸਰੋਤ ਕਵਿਰਾਜ ਜੀ ਨੇ ਦੱਸੇ ਆ ਇੱਥੇ ਹੁਣ। ਤੇ ਜਿਹਨੂੰ ਕੁਝ ਪਤਾ ਹੀ ਨਹੀਂ ਉਹ ਬਿਨਾਂ ਹੀ ਕਾਰਨ ਤੋਂ
ਜਿਹੜਾ ਹੈ ਇਤਿਹਾਸ ਦੀ ਨਿੰਦਾ ਹੀ ਕਿਉਂ ਜ਼ਿਆਦਾ ਕਰਦੇ ਆ? ਕਿਉਂਕਿ ਇਤਿਹਾਸ ਹੀ ਕੌਮਾਂ ਨੂੰ ਜਿਉਣ ਦੀ ਜਾਚ ਸਿਖਾਉਂਦਾ ਹੈ। ਇਤਿਹਾਸ ਨਾਲ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅੱਜ ਵੀ ਅਸੀਂ ਦਰਸ਼ਨ ਕਰਨਾ ਹੋਵੇ ਨਾ, ਤੇ ਇਤਿਹਾਸ ਦੁਆਰਾ ਹੀ ਦਰਸ਼ਨ ਹੁੰਦਾ ਹੈ। ਜਿਵੇਂ ਫਿਰ ਕਵੀਰਾਜ ਜੀ ਨੇ ਜ਼ਿਕਰ ਕੀਤਾ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਦੂਸਰਾ ਜ਼ਿਕਰ ਕਵੀਰਾਜ ਜੀ ਇਹ ਵੀ ਕਰਦੇ ਹੈ ਕਿ ਇਸ ਪਾਵਨ ਗ੍ਰੰਥ ਦੇ ਰਚਣ ਦਾ ਸਰੋਤ ਸ਼੍ਰੀ ਦਸਮ ਗ੍ਰੰਥ ਹੈ। ਸ਼੍ਰੀ ਦਸਮ ਗ੍ਰੰਥ ਦੇ ਅੰਦਰ ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਨੰਤ ਹੀ ਛੰਦਾਂ ਦੀਆਂ ਚਾਲਾਂ ਉਚਾਰਨ ਕੀਤੀਆਂ ਨਾ, ਇਹ ਛੰਦਾਂ ਦੀਆਂ ਵੰਨਗੀਆਂ ਕਵੀਰਾਜ ਜੀ ਨੇ ਸ਼੍ਰੀ ਦਸਮ ਗ੍ਰੰਥ ਤੋਂ ਲੈਣੀਆਂ ਕੀਤੀਆਂ ਹਨ। ਤੇ ਫਿਰ ਜਿਵੇਂ ਮਹਾਰਾਜ ਭੰਗਾਣੀ ਦਾ ਯੁੱਧ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਨਾਲ ਹਜੂਰ ਨੇ ਵਰਣਨ ਕੀਤਾ, ਉੱਥੇ ਤਾਂ ਮਹਾਰਾਜ ਜੀ ਬਹੁਤ ਸੂਖਸ਼ਮ ਜਿਹਾ ਹੀ ਮਹਾਰਾਜ ਨੇ ਲਿਖਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜਦੋਂ ਸ਼ੰਗੋ ਸ਼ਾਹ ਜੀ ਜੂਝ ਗਏ ਮੈਦਾਨੇ ਜੰਗ ਦੇ ਅੰਦਰ, ਭਾਵ ਸ਼ਹੀਦੀ ਪਾ ਗਏ, ਉਦੋਂ ਮਹਾਰਾਜ ਕਹਿੰਦੇ ਜੰਗ ਦੀ ਕਮਾਂਡ ਅਸੀਂ ਆਪਣੇ ਹੱਥਾਂ ਵਿੱਚ ਸਾਂਭੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਅਸੀਂ ਜਿਹੜਾ ਸੀ ਆਪਣਾ ਕਮਾਨ ਪਕੜਿਆ ਤੇ ਤੀਰ ਮਹਾਰਾਜ ਕਹਿੰਦੇ ਅਸੀਂ ਕੱਢ ਕੇ ਜਦੋਂ ਸਿੰਝਿਆ ਚਲਾਇਆ। ਇਉਂ ਸਤਿਗੁਰਾਂ ਜੀ ਨੇ ਉਹ ਬਿਲਕੁਲ ਸੂਖਸ਼ਮ ਲਿਖਿਆ, ਪਰ ਜਦੋਂ ਕਵੀਰਾਜ ਜੀ ਨੇ ਉੱਥੋਂ ਸਰੋਤ ਚੱਕ ਕੇ ਲਿਖੇ ਹਨ, ਕਵੀਰਾਜ ਨੇ ਸੱਚੇ ਪਾਤਸ਼ਾਹ ਦਾ ਘੋੜੇ ਤੇ ਚੜ੍ਹਨਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ 17 ਸਾਲ ਦੀ ਆਜੂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਨੀਲੇ ਘੋੜੇ ਤੇ ਸਵਾਰ ਹੈ। ਇਹੋ ਜਿਹਾ ਸਤਿਗੁਰਾਂ ਦੇ ਚੋਲਾ ਪਹਿਰਿਆ ਹੋਇਆ, ਮਹਾਰਾਜ ਦੇ ਦਸਤਾਰ ਜਿਹੜੀ ਸੁੰਦਰ ਫੱਬ ਰਹੀ ਹੈ। ਇੱਥੋਂ ਤੱਕ ਕਿ ਕਵੀਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਗਲ ਦੇ ਵਿੱਚ ਪਏ ਹੋਏ ਸਾਫੇ ਦਾ ਵੀ ਜ਼ਿਕਰ ਕਰਦੇ ਤੇ ਇਹੋ ਜਿਹਾ ਉਸ ਸਮੇਂ ਦਰਸ਼ਨ ਕਰਾਉਂਦੇ ਹੈ। ਇਹ ਸਰੋਤ ਸ੍ਰੀ ਦਸਮ ਗ੍ਰੰਥ ਤੋਂ ਲਏ ਹੈ। ਕਹਿੰਦੇ ਜਦੋਂ ਮਹਾਰਾਜ ਸਿੱਖਾਂ ਦੀ ਅਗਵਾਈ ਕਰਦੇ ਹੋਏ ਰਣ ਤੱਤੇ ਵਿੱਚ ਅੱਗੇ ਹੋਏ, ਹਜੂਰ ਦਾ ਘੋੜਾ ਇਉਂ ਥਿੜਕ ਰਿਹਾ ਜਿਵੇਂ ਥਾਲ ਵਿੱਚ ਪਿਆ ਹੋਇਆ ਮੋਤੀ ਥਿੜਕਦਾ। ਸੱਚੇ ਪਾਤਸ਼ਾਹ ਜੀ ਦੇ ਮੁਖ ਤੇ ਥੋੜਾ ਥੋੜਾ ਦਾੜਾ ਉਤਰਿਆ ਹੋਇਆ, ਹਜੂਰ ਦੇ ਗਲ ਵਿੱਚ ਪਿਆ ਹੋਇਆ ਸਾਫਾ ਥੋੜਾ ਥੋੜਾ ਘੋੜੇ ਦੇ ਥਿੜਕਣ ਨਾਲ ਉੱਡ ਰਿਹਾ ਹੈ। ਇਉਂ ਕਵੀਰਾਜ ਜੀ ਸਾਰੇ ਅਲੰਕਾਰ ਬੰਨ੍ਹਦੇ ਆ ਜਿਵੇਂ ਸੁਣਨ ਵਾਲੇ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੀ ਤਸਵੀਰ ਸਾਰੀ ਉਕਰ ਜਾਵੇ। ਇਉਂ ਮਹਾਰਾਜ ਦੇ ਸਰਵਣ ਦਰਸ਼ਨ ਕਰਵਾਉਂਦੇ ਆ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ। ਇਹ ਜਿਨ੍ਹਾਂ ਨੂੰ, ਕਿਉਂਕਿ ਕਵੀ ਜਿਹੜੇ ਆ ਨਾ, ਕਵੀਆਂ ਦਾ ਵਾਹਿਗੁਰੂ ਦੇ ਪ੍ਰੇਮੀ ਭਗਤਾਂ ਵਰਗਾ ਸੁਭਾਅ ਹੁੰਦਾ ਹੈ, ਪਰ ਕਵੀਰਾਜ ਜੀ ਨੂੰ ਤਾਂ ਦੋਵੇਂ ਹੀ ਬਖਸ਼ਿਸ਼ਾਂ ਪ੍ਰਾਪਤ ਨੇ। ਆਪ ਸਿਰੇ ਦੇ ਭਗਤ ਵੀ ਹੋਏ ਹੈ ਤੇ ਸਿਰੇ ਦੇ ਹੀ ਕਵੀ ਹਨ, ਤੇ ਦੋਵੇਂ ਚੀਜ਼ਾਂ ਦਾ ਜਦੋਂ ਸੁਮੇਲ ਹੋਵੇ ਫਿਰ ਕੁਝ ਨਾ ਕੁਝ ਕ੍ਰਿਸ਼ਮਾ ਹੁੰਦਾ ਹੈ। ਇਹੀ ਕ੍ਰਿਸ਼ਮਾ ਹੈ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਕਵੀਰਾਜ ਭਗਤੀ ਦੇ ਭਾਵ ਵਿੱਚ ਜੁੜ ਕਰਕੇ ਜਦੋਂ ਸਤਿਗੁਰਾਂ ਜੀ ਦਾ ਦਰਸ਼ਨ ਕਰਦੇ ਹੈ ਤੇ ਜਦੋਂ ਕਵਿਤਾ ਨੂੰ ਆਪਣੇ ਮੁਖ ਤੋਂ ਉਚਾਰਦੇ ਹੈ, ਜਾਣੋ ਕਿ ਸੁਣਨ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਹੀ ਕਰਾ ਦਿੰਦੇ ਆ। ਫਿਰ ਜਿਵੇਂ ਮਹਾਰਾਜ ਜੀ ਨੇ ਲਿਖਿਆ ਹੈ ਕਿ ਕਿਰਪਾਲ ਚੰਦ ਜਿਹੜਾ ਸੀਗਾ ਮਹੰਤ, ਉਹਨੇ ਕੁਤਕਾ ਜਿਵੇਂ ਮਾਰਿਆ, ਹਿਆਤ ਖਾਨ ਦੇ ਸਿਰ ਵਿੱਚ ਜਿਵੇਂ ਝਾੜਨਾ ਕੀਤਾ, ਤੇ ਉਹ ਸਾਰਾ ਹੀ ਉਹ ਸੂਖਸ਼ਮ ਭਾਵ ਸੀ ਉੱਥੇ ਯੁੱਧ ਦੇ ਵਿੱਚ ਮਹਾਰਾਜ ਨੇ ਲਿਖਿਆ ਕੇਵਲ। ਤੇ ਕਵੀਰਾਜ ਜੀ ਨੇ ਪੂਰੇ ਦਾ ਪੂਰਾ ਪ੍ਰਸੰਗ ਹੀ ਜਿਹੜਾ ਹੈ ਉਹ ਪਠਾਨ ਦੇ ਜਿਹੜਾ ਸਿਰ ਵਿੱਚ ਕੁੱਤਕੇ ਮਾਰਨ ਦਾ ਜਿਹੜਾ ਉਹ ਕਵੀਰਾਜ ਨੇ ਲਿਖਿਆ। ਇਉਂ ਪਹਿਲਾ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦੂਸਰਾ ਸਰੋਤ ਇਹ ਇਤਿਹਾਸ ਦਾ ਕਵੀਰਾਜ ਆਪ ਲਿਖ ਰਹੇ ਹੈ ਕਿ ਸ਼੍ਰੀ ਦਸਮ ਗ੍ਰੰਥ ਜੀ ਦੀ ਬਾਣੀ। ਫਿਰ ਤੀਸਰੇ ਨੰਬਰ ਤੇ ਕਵੀਰਾਜ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਜਿੱਥੇ ਭਾਈ ਸਾਹਿਬ ਨੇ ਲਿਖਿਆ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਸਾਰੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਬਗਦਾਦ ਦੀ ਫੇਰੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਲਿਖਣੀ, ਇਹ ਕਵੀਰਾਜ ਨੇ ਸਾਰੇ ਇੱਕ ਇੱਕ ਪੰਕਤੀ ਤੋਂ ਇਹ ਸਰੋਤ ਚੱਕ ਕੇ ਜਿਹੜੇ ਹੈ ਇਹਨਾਂ ਪ੍ਰਸੰਗਾਂ ਦਾ ਵਿਸਥਾਰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਲਿਖਣਾ ਕੀਤਾ। ਕਵੀਰਾਜ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅਨੁਸਾਰ, ਲਿਖਤ ਦੇ ਅਨੁਸਾਰ ਅਸੀਂ ਇਹ ਕਥਾ ਜਿਹੜੀ ਹੈ ਉਹ ਕਹਿਣਾ ਕੀਤੀ ਹੈ। ਜ਼ੋਰ ਬਹੁਤ ਚੱਲਿਆ ਜਿਹੜੇ ਨਾਸਤਿਕ ਲੋਕ ਸੀ ਸ਼੍ਰੀ ਦਸਮ ਮਹਾਰਾਜ ਦੀ ਬਾਣੀ ਦੇ ਉੱਪਰ, ਤੇ ਫਿਰ ਕਿੰਤੂ ਪਰੰਤੂ ਕਰਨਾ, ਕਟਾਕਸ਼ ਕਰਨੇ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੱਕ ਤਾਂ ਵੀ ਜਿਹੜਾ ਸੀ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ
ਭੁਲੇਖੇ ਪਾਉਣ ਦਾ ਯਤਨ ਕੀਤਾ, ਪਰ ਜਦੋਂ ਜ਼ੋਰ ਕੋਈ ਨਹੀਂ ਚੱਲਿਆ, ਹੁਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਾਰੇ ਭੁਲੇਖੇ ਪਾਉਣੇ ਸ਼ੁਰੂ ਕਰ ਦਿੱਤੇ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਕਵੀਰਾਜ ਕਹਿੰਦੇ ਅਸੀਂ ਸਰੋਤ ਜਿਹੜੇ ਹੈ ਉਹ ਦੱਸੇ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਜਿਹੜੇ ਹਵਾਲੇ ਦੇ ਕਰਕੇ ਕਵੀਰਾਜ ਕਹਿੰਦੇ ਉਹਨਾਂ ਦੇ ਅਨੁਸਾਰ ਇਹ ਗਾਥਾ ਕਥਾ ਅਸੀਂ ਕਥਨ ਕੀਤੀ ਹੈ। ਤਿਹ ਕੀ ਸਾਖ ਸੁਨਹੁ ਹਿਤ ਸਾਥਾ। ਕਹਿੰਦੇ ਨੇ ਉਹ ਸਾਖ ਗਵਾਹੀ ਜਿਹੜੀ ਹੈ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਭਰਦੀਆਂ ਹਨ, ਤੇ ਹਿੱਤ ਦੇ ਨਾਲ ਪ੍ਰੇਮ ਦੇ ਨਾਲ ਇਹ ਸਰੋਤਾ ਜਨੋ ਇਹ ਕਥਾ ਜਿਹੜੀ ਆ ਸੁਣਨਾ ਕਰੋ। ਸ੍ਰੀ ਗੁਰ ਗੋਬਿੰਦ ਸਿੰਘ ਹਦੂਰੀ। ਤੇ ਫਿਰ ਹੁਣ ਹੋਰ ਦੱਸਦੇ ਆ ਕਿ ਸਰੋਤ ਅਸੀਂ ਕਿੱਥੋਂ ਲਿਆ ਹੈ। ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜੂਰ ਦੀ ਹਜੂਰੀ ਵਿੱਚ ਮਨੀ ਸਿੰਘ ਭਇਓ ਗਤ ਰੂਰੀ। ਭਾਈ ਮਨੀ ਸਿੰਘ ਸਾਹਿਬ ਜੀ ਰਹੇ ਹੈ, ਜਿਨ੍ਹਾਂ ਨੇ ਬਹੁਤ ਸੁੰਦਰ ਰੀਤੀ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਕੀਤੀ, ਜਿਨ੍ਹਾਂ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬੜੀ ਭਾਰੀ ਵਿਸ਼ੇਸ਼ ਖੁਸ਼ੀ ਸੀਗੀ। ਜਿਹ ਸਿਰ ਲਾਓ ਸਿੱਖੀ ਨਿਰਬਾਹੀ। ਜਿਨ੍ਹਾਂ ਨੇ ਸਿਰ ਤੱਕ ਸਿੱਖੀ ਨਿਭਾ ਦਿੱਤੀ, ਆਪਣਾ ਬੰਦ ਕਟਵਾਇਆ ਪਰ ਸੀ ਤੇ ਹਾਏ ਨਾ ਕੀਤੀ। ਜਿਨ੍ਹਾਂ ਨੇ ਜਲਾਦ ਨੂੰ ਦੱਸ ਕੇ ਗੁੱਟ ਦਾ ਟੱਪ ਕਹਿੰਦੇ ਤੂੰ ਮਾਰਦਾ, ਪੋਟੇ ਦਾ ਟੱਪ ਦੱਸ ਕੇ ਮਰਵਾਇਆ ਸੀ, ਉਹ ਭਾਈ ਮਨੀ ਸਿੰਘ ਸਾਹਿਬ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਮਹਾਰਾਜ ਭੇਜ ਦਿੱਤਾ ਸੀ। ਜਦੋਂ ਆਪ ਹਜੂਰ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੋਤੀ ਜੋਤ ਸਮਾਏ ਸੀ, ਉਦੋਂ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭੇਜ ਦਿੱਤਾ ਸੇਵਾ ਵਾਸਤੇ। ਇੱਥੇ ਰਹਿੰਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ, ਜੋ ਭਾਈ ਸਾਹਿਬ ਦੇ ਹੱਥ ਲਿਖਤ ਵੀ, ਤੇ ਭਾਈ ਸਾਹਿਬ ਦੇ ਅੱਗੋਂ ਵਿਦਿਆਰਥੀ ਵੀ ਇੱਕ ਦੋ ਐਸੇ ਵਿਦਵਾਨ ਪੁਰਖ ਹੋਏ ਜਿਨ੍ਹਾਂ ਨੇ ਕੁਝ ਗ੍ਰੰਥਾਂ ਦੀ ਰਚਨਾ ਕੀਤੀ। ਤੇ ਭਾਵੇਂ ਕਿ ਬਹੁਤ ਸਾਰੀਆਂ ਜਿਹੜੀਆਂ ਨਾ ਲਿਖਤਾਂ ਉਹ ਅਲੋਪ ਹੋ ਗਈਆਂ, ਮਿਲੀਆਂ ਨਹੀਂ, ਪ੍ਰਾਪਤ ਨਹੀਂ ਹੋਏ, ਪਰ ਇੱਥੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਇਹ ਨੋਟ ਦਿੱਤਾ ਹੈ ਕਿ ਜੋ ਭਾਈ ਸਾਹਿਬ ਨੇ ਜ਼ਿਕਰ ਕੀਤਾ ਨਾ, ਕਹਿੰਦੇ ਨੇ ਇਹ ਪੱਕਾ ਹੈ ਕਿ ਉਸ ਸਮੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕੋਲ ਭਾਈ ਮਨੀ ਸਿੰਘ ਸਾਹਿਬ ਦੇ ਹੋਰ ਵੀ ਹੱਥ ਲਿਖਤ ਕੁਝ ਸਬੂਤ ਹੋਣਗੇ, ਜਿਨ੍ਹਾਂ ਤੋਂ ਉਹਨਾਂ ਨੇ ਇਹ ਸਰੋਤ ਲਏ ਹੈ ਸੱਚੇ ਪਾਤਸ਼ਾਹ ਜੀ ਦੀ ਜੀਵਨ ਕਥਾ ਦੇ। ਕਿਉਂਕਿ ਕਹਿੰਦੇ ਆ ਭਾਈ ਸਾਹਿਬ ਨੇ ਇਹੋ ਜਿਹਾ ਇੱਕ ਜਿਹੜਾ ਸੀ ਗ੍ਰੰਥ ਰਚਨਾ ਕੀਤਾ ਸੀ ਕਿ ਜਿਹਦੇ ਵਿੱਚ ਕੋਈ ਪ੍ਰੇਤ ਪੀੜਾ ਤੋਂ ਦੁਖੀ ਹੋਵੇ ਤੇ ਉਹਨੂੰ ਕਿਹੜੇ ਗੁਰਬਾਣੀ ਦੇ ਸ਼ਬਦ ਕਿਸ ਢੰਗ ਨਾਲ ਕਿਵੇਂ ਪੜ੍ਹੇ ਜਾਣ ਅਤੇ ਉਹ ਕਿਵੇਂ ਇਸ ਚੀਜ਼ ਤੋਂ ਨਿਵਰਤੀ ਕਰ ਸਕੇ। ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਜ਼ਿੰਦਗੀ ਦੇ ਅੰਦਰ ਲੋੜਾਂ ਪੂਰੀਆਂ ਕਰਦੀਆਂ ਹੋਣ, ਉਹ ਭਾਈ ਸਾਹਿਬ ਜੀ ਨੇ ਗੁਰਮਤਿ ਦੇ ਅਨੁਸਾਰ ਜਿਹੜਾ ਸੀ ਵਿਧੀ ਵਿਧਾਨ ਦੱਸੇ। ਤੋ ਇਹ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਹੈ ਕਿ ਸਾਨੂੰ ਜਿਹੜਾ ਹੋਰ ਵੱਡਾ ਸਰੋਤ ਮਿਲਿਆ ਇਸ ਕਥਾ ਦਾ, ਉਹ ਭਾਈ ਮਨੀ ਸਿੰਘ ਸਾਹਿਬ ਦੀਆਂ ਲਿਖਤਾਂ ਪ੍ਰਾਪਤ ਹੋਈਆਂ। ਉਹ ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕਰਕੇ ਮਹਾਰਾਜ ਦੀ ਖੁਸ਼ੀ ਪ੍ਰਾਪਤ ਕੀਤੀ ਅਤੇ ਆਪਣਾ ਸਿੱਖੀ ਸਿਦਕ ਜਿਹੜਾ ਸੀ ਉਹ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ, ਬੰਦ ਛਡਵਾ ਕਰਕੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਅਨੁਸਾਰ ਕਥਾ ਮੈਂ ਪ੍ਰਾਹੀ। ਉਹਨਾਂ ਦੇ ਅਨੁਸਾਰ ਮੈਂ ਕਥਾ ਪ੍ਰਾਹੀ ਭਾਵ ਕਹੀ ਹੈ। ਇਹ ਹੁਣ ਵੇਖ ਲਓ, ਕੋਈ ਸ਼ੰਕਾ ਨਹੀਂ ਰਹਿ ਗਿਆ ਇਸ ਗੱਲ ਦੇ ਅੰਦਰ। ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਐਸੇ ਗ੍ਰੰਥ ਜਿਹੜੇ ਆ ਉਹਨਾਂ ਦਾ ਵੀ ਜ਼ਿਕਰ ਕਵੀਰਾਜ ਜੀ ਨੇ ਇੱਥੇ ਕੀਤਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਉਹਨਾਂ ਦੀਆਂ ਲਿਖਤਾਂ ਤੋਂ ਸਰੋਤ ਲੈ ਕਰਕੇ ਇਹ ਮੈਂ ਕਥਾ ਕਹੀ ਹੈ। ਦੋਹਰਾ ਰਾਮ ਕੋਇਰ ਇਸ ਭਾਂਤ। ਤੋ ਇਸ ਪ੍ਰਕਾਰ ਇਹ ਹੁਣ ਜਦੋਂ ਦਸਵੇਂ ਪਾਤਸ਼ਾਹ ਜੀ ਦੀ ਕਥਾ ਦਾ ਕਵੀਰਾਜ ਜ਼ਿਕਰ ਕਰਦੇ ਹੈ ਤੇ ਉੱਥੇ ਹੁਣ ਭਾਈ ਰਾਮ ਕੋਇਰ ਜੀ ਦਾ ਜ਼ਿਕਰ ਕਵੀਰਾਜ ਕਰ ਰਹੇ ਹੈ ਕਿ ਉਹਨਾਂ ਦੇ ਮੁਖ ਤੋਂ, ਕਿਉਂਕਿ ਪਾਤਰ ਉਹਨਾਂ ਨੂੰ ਬਣਾ ਕਰਕੇ ਕਵੀਰਾਜ ਉਹਨਾਂ ਦੇ ਮੁਖ ਤੋਂ ਸਾਰਾ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਹੈ ਉਹ ਕਵੀਰਾਜ ਜੀ ਨੇ ਕਥਾ ਵਿੱਚ ਕਿਹਾ ਹੈ। ਤੇ ਉਹਦਾ ਜ਼ਿਕਰ ਕਵੀਰਾਜ ਜੀ ਨੇ ਦੱਸਿਆ ਹੈ ਕਿ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਦੋਂ ਸਿੰਘ ਜਿਹੜੇ ਉੱਥੇ ਹਜੂਰ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਰਹੇ ਹੈ, ਜਿੱਥੇ ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਕਿ ਲੰਗਰ ਚਲਾਓ। ਮਹਾਰਾਜ ਦੇ ਜੋਤੀ ਜੋਤ ਸਮਾ ਜਾਣ ਤੋਂ ਸਿੰਘਾਂ ਦੇ ਮਨ ਬਹੁਤ ਉਪਰਾਮ ਹੋ ਗਏ। ਕਈਆਂ ਦੇ ਮਨ ਇਉਂ, ਕਿਉਂਕਿ ਸਤਿਗੁਰਾਂ ਜੀ ਦੀ ਸੰਗਤ ਦਾ ਜਿਨ੍ਹਾਂ ਨੇ ਰਸ ਆਨੰਦ ਮਾਣਿਆ,
ਉਹਨਾਂ ਦਾ ਜਿਉਣ ਨੂੰ ਵੀ ਦਿਲ ਨਾ ਕਰੇ, ਮਨ ਉਪਰਾਮ ਹੋ ਗਿਆ, ਸੰਸਾਰ ਤੇ ਰਹਿਣ ਨੂੰ ਦਿਲ ਨਾ ਕਰੇ। ਪਰ ਸਤਿਗੁਰੂ ਜੀ ਦੀ ਸਿੱਖਿਆ ਨਾ ਕਿ ਇਹ ਸਵਾਸ ਜੇ ਪਰਮੇਸ਼ਰ ਨੇ ਬਖਸ਼ੇ ਹਨ ਨਾ, ਤੇ ਪਰਮੇਸ਼ਰ ਹੀ ਕੱਢ ਸਕਦਾ ਹੈ। ਆਪਣੇ ਆਪ ਆਪਣੇ ਸਵਾਸਾਂ ਨੂੰ ਜਿਹੜਾ ਹੈ ਨਾ ਉਹ ਨਾਸ਼ ਨਹੀਂ ਕਰੀਦਾ, ਆਪਣੇ ਸਰੀਰ ਨੂੰ ਨਾਸ਼ ਨਹੀਂ ਕਰੀਦਾ, ਉਹ ਤਾਂ ਫਿਰ ਆਤਮ ਹੱਤਿਆ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਵਿੱਚ ਵੀ ਪਰਪੱਕ ਨੇ, ਪਰ ਗੁਰੂ ਮਹਾਰਾਜ ਦਾ ਵਿਯੋਗ ਐਸਾ ਲੱਗਾ ਕਿ ਜਿਉਣ ਨੂੰ ਚਿੱਤ ਨਾ ਕਰੇ, ਦਿਲ ਨਾ ਲੱਗਿਆ ਕਰੇ। ਉਹ ਭਾਈ ਸਾਹਿਬ ਸਿੰਘ ਜੀ ਹੋਏ ਹੈ। ਫਿਰ ਉਹਨਾਂ ਨੇ ਇਹ ਪਤਾ ਕੀਤਾ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਸੰਗਤ ਵਿੱਚ ਰਹੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੋਇਰ ਜੀ, ਉਹ ਰਮਦਾਸ ਨਗਰ ਵਿੱਚ ਜਿਹੜੇ ਹਨ ਉਹ ਅਜੇ ਹਨ ਸਰੀਰ ਕਰਕੇ। ਚਲੀਏ ਆਪਾਂ ਉਹਨਾਂ ਕੋਲੋਂ ਗੁਰੂ ਸਾਹਿਬ ਦੇ ਜੀਵਨ ਦੀ ਕਥਾ ਸੁਣੀਏ, ਫਿਰ ਸਾਡਾ ਦਿਲ ਲੱਗੇਗਾ। ਇਉਂ ਸਿੰਘਾਂ ਨੇ ਮਨ ਦੇ ਅੰਦਰ ਇਹ ਗੁਰਮਤਾ ਕਰਕੇ ਤੇ ਫਿਰ ਰਮਦਾਸ ਨਗਰ ਦੇ ਵਿੱਚ ਆ ਗਏ ਸਾਰੇ। ਇੱਥੇ ਫਿਰ ਭਾਈ ਰਾਮ ਕੋਇਰ ਜੀ ਨੂੰ ਜਿਵੇਂ ਪਿਆਰ ਨਾਲ ਉਹਨਾਂ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਸਾਡਾ ਤਾਂ ਦਿਲ ਨਹੀਂ ਲੱਗਦਾ। ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਇੱਕ ਭਾਈ ਰਾਮ ਕੋਇਰ ਜੀ ਐਸੇ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਹੋਇਆ, ਉਹ ਵੀ ਇਤਿਹਾਸ ਵਿੱਚ ਕਵਿਰਾਜ ਨੇ ਜ਼ਿਕਰ ਕੀਤਾ। ਤੇ ਇਸ ਪ੍ਰਕਾਰ ਇਹਨਾਂ ਨੂੰ ਆ ਕਰਕੇ ਜਦੋਂ ਸਿੰਘਾਂ ਨੇ ਕਿਹਾ ਕਿ ਮਹਾਰਾਜ ਸਾਡਾ ਤਾਂ ਮਨ ਉਪਰਾਮ ਰਹਿੰਦਾ ਹੈ, ਸਾਡਾ ਦਿਲ ਨਹੀਂ ਲੱਗਦਾ, ਸਾਨੂੰ ਸਤਿਗੁਰਾਂ ਦੇ ਜੀਵਨ ਦੀ ਕਥਾ ਸੁਣਾਓ। ਇਹ ਫਿਰ ਭਾਈ ਰਾਮ ਕੋਇਰ ਜੀ ਨੇ ਜਿਹੜੀ ਸੀ ਸਤਿਗੁਰਾਂ ਜੀ ਦੇ ਪਵਿੱਤਰ ਜੀਵਨ ਦੀ ਜਿਹੜੀ ਸੀ ਨਾ ਕਥਾ ਇਹਨਾਂ ਨੂੰ ਸੁਣਾਉਣੀ ਆਰੰਭ ਕੀਤੀ। ਤੇ ਉਹ ਭਾਈ ਸਾਹਿਬ ਸਿੰਘ ਜੀ ਜਿਵੇਂ ਜਿਵੇਂ ਫਿਰ ਲਿਖੀ ਜਾਂਦੇ ਸੀਗੇ, ਕਵਿਰਾਜ ਜੀ ਨੇ ਕਿਹਾ ਕਿ ਉਹਨਾਂ ਲਿਖਤਾਂ ਤੋਂ ਵੀ ਅਸੀਂ ਸਰੋਤ ਲਏ ਹੈ। ਤੇ ਫਿਰ ਇਹ ਕਵਿਰਾਜ ਜੀ ਨੇ ਭਾਈ ਰਾਮ ਕੋਇਰ ਜੀ ਨੂੰ ਇੱਥੇ ਬਖਤਬ ਕਰਨ ਵਾਲੇ ਬਣਾ ਕਰਕੇ ਸਾਰੀ ਕਥਾ ਜਿਹੜੀ ਹੈ ਭਾਈ ਰਾਮ ਕੋਇਰ ਜੀ ਦੇ ਮੁਖ ਤੋਂ ਕਹੀ ਹੈ। ਕਹਿੰਦੇ ਹਨ ਦੋਹਰੇ ਦੇ ਅੰਦਰ ਦੋਹਰਾ ਰਾਮ ਕੋਇਰ ਇਸ ਭਾਂਤ, ਭਾਈ ਰਾਮ ਕੋਇਰ ਜੀ ਕਹਿੰਦੇ ਇਸ ਤਰੀਕੇ ਨਾਲ, ਪਾਟਿਕ ਦਸਵੇਂ ਪਾਤਸ਼ਾਹ, ਜਿਹੜੇ ਰਹੇ ਸੀ ਦਸਵੇਂ ਪਾਤਸ਼ਾਹ ਜੀ ਦੇ ਕੋਲ। ਸਤਿਗੁਰਾਂ ਜੀ ਦਾ ਇਹਨਾਂ ਨੂੰ ਵਰ ਸੀਗਾ ਕਿ ਜਦੋਂ ਤੁਹਾਡਾ ਦਿਲ ਕਰੇ ਸਾਡੇ ਇਸ ਸਰੂਪ ਦਾ ਪ੍ਰਤੱਖ ਦਰਸ਼ਨ ਕਰਨ ਨੂੰ, ਉਦੋਂ ਇਕਾਂਤ ਵਿੱਚ ਚਲੇ ਜਾਇਓ, ਜੰਗਲ ਦੇ ਵਿੱਚ ਜਿੱਥੇ ਕੋਈ ਹੋਰ ਨਾ ਹੋਵੇ ਤੁਹਾਡੇ ਕੋਲ। ਅਸੀਂ ਉਸੇ ਵੇਲੇ ਤੁਹਾਡਾ ਫੁਰਨਾ ਕਰਨ ਤੋਂ ਹੀ ਤੁਹਾਡੇ ਸਾਹਮਣੇ ਪ੍ਰਤੱਖ ਹਾਜ਼ਰ ਹੋ ਜਾਇਆ ਕਰਾਂਗੇ। ਤੇ ਇਹ ਰੋਜ਼ ਹੀ ਆਪਣੇ ਜੀਵਨ ਅੰਦਰ ਭਾਈ ਰਾਮ ਕੋਇਰ ਜੀ ਸਤਿਗੁਰਾਂ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਰਹੇ ਆ ਚੋਖਾ ਚਿਰ। ਤੇ ਫਿਰ ਜੰਗਲ ਨੂੰ ਇਕਾਂਤ ਨੂੰ ਚਲੇ ਜਾਂਦੇ, ਮਹਾਰਾਜ ਦਾ ਪ੍ਰਤੱਖ ਦਰਸ਼ਨ ਕਰਦੇ। ਇਹ ਵੀ ਸਿੰਘਾਂ ਵਿੱਚ ਪ੍ਰਚਲਿਤ ਸੀ। ਇਸ ਕਰਕੇ ਸਿੰਘ ਫਿਰ ਭਾਈ ਰਾਮ ਕੋਇਰ ਜੀ ਕੋਲ ਆ ਗਏ ਕਿ ਮਹਾਰਾਜ ਦਾ ਇਹਨਾਂ ਕੋਲੋਂ ਬਚਨ ਪੁੱਛੀਏ, ਸਤਿਗੁਰਾਂ ਦੀ ਜੀਵਨ ਕਥਾ ਸੁਣੀਏ, ਫਿਰ ਸਾਡਾ ਚਿੱਤ ਜਿਹੜਾ ਉਹ ਠਹਿਰ ਜਾਏਗਾ। ਇਉਂ ਭਾਈ ਰਾਮ ਕੋਇਰ ਜੀ ਦਸਵੇਂ ਪਾਤਸ਼ਾਹ ਜੀ ਦੇ ਹਜੂਰ ਜੋ ਰਹੇ ਹਨ, ਬਹੁਤ ਵਾਰਤਾ ਤਬ ਕਰੀ, ਕਹਿੰਦੇ ਬਹੁਤ ਵਾਰਤਾ ਕਥਾ ਜਿਹੜੀ ਹੈ ਫਿਰ ਭਾਈ ਰਾਮ ਕੋਇਰ ਜੀ ਨੇ ਜਿਹੜੀ ਸਿੰਘਾਂ ਨੂੰ ਕਰਨਾ ਕੀਤੀ, ਭਾਵ ਦੱਸਣਾ ਕੀਤੀ। ਆਗੇ ਸੁਣੀਐ ਤਾਹੇ, ਕਹਿੰਦੇ ਅੱਗੋਂ ਹੁਣ ਇਹ ਸੁਣ ਸਰੋਤਾ ਜਨੋ, ਇਹ ਸੁਣਨਾ ਕਰੋ, ਭਾਵ ਦਸਵੇਂ ਪਾਤਸ਼ਾਹ ਜੀ ਦੀ ਕਥਾ ਦਾ ਸਰੋਤ ਕੀ ਹੈ ਉਹ ਵੀ ਕਵਿਰਾਜ ਜੀ ਨੇ ਇੱਥੇ ਦੱਸਿਆ ਹੈ। ਚਾਉ ਪਈ ਇਸ ਕੀ ਕਹੀ ਕਿਤਕ ਗੁਰ ਕਥਾ, ਕਹਿੰਦੇ ਨੇ ਇਹਨਾਂ ਦੀ ਕਹੀ ਹੋਈ ਗੁਰੂ ਸਾਹਿਬ ਜੀ ਦੀ ਕੁਝ ਕੁ ਕਥਾ। ਕਈ ਇਉਂ ਵੀ ਸ਼ੰਕਾ ਕਰਦੇ ਆ ਵੀ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਕਿ ਕਵਿਰਾਜ ਨੇ ਅੰਤਰਜਾਮਤਾ ਨਾਲ ਸਾਰੀ ਲਿਖੀ ਹੈ, ਤੇ ਫਿਰ ਦੱਸਦੇ ਹੋ ਕਿ ਇਹਦੇ ਸਰੋਤ ਵੀ ਹਨ ਕਥਾ ਦੇ। ਸਾਧ ਸੰਗਤ ਜੀ, ਜੋ ਗੁਰੂ ਘਰ ਦੀ ਵਿਲੱਖਣਤਾ ਹੈ ਨਾ, ਇਹਨੂੰ ਸਮਝਣ ਵਾਸਤੇ ਸਤਿਗੁਰਾਂ ਜੀ ਦੀ ਬਾਣੀ ਨਾਲ ਪ੍ਰੇਮ ਚਾਹੀਦਾ ਹੈ। ਫਿਰ ਸਮਝ ਲੱਗਦੀ ਹੈ ਕਿ ਕਵਿਰਾਜ ਜੀ ਨੇ ਇਹ ਸਾਰਾ ਕੁਝ ਦੱਸਿਆ ਵੀ ਹੈ ਭਾਵੇਂ, ਕਿਉਂਕਿ ਕਵਿਰਾਜ ਇਹ ਸਭ ਕੁਝ ਅੰਤਰਜਾਮਤਾ ਨਾਲ ਵੇਖ ਲੈਂਦੇ ਹੈ, ਪਰ ਫਿਰ ਵੀ ਕਵਿਰਾਜ ਨੇ ਆਪਣਾ ਆਪ ਨਹੀਂ ਜਣਾਇਆ। ਇਹ ਗੁਰੂ ਘਰ ਦੀ ਰੀਤੀ ਹੈ। ਵੱਡੇ ਤੋਂ ਵੱਡਾ ਜਿਹੜਾ ਹੈ ਨਾ ਉਹ ਸੁੱਖ ਆਤਮਿਕ ਆਨੰਦ ਪ੍ਰਾਪਤ ਹੋ ਜਾਵੇ, ਬ੍ਰਹਮ ਗਿਆਨ ਦੀ ਅਵਸਥਾ ਹੋਵੇ, ਤਾਂ ਵੀ ਗੁਰੂ ਘਰ ਦੀ ਰੀਤੀ ਉਹ ਆਪਣੇ ਆਪ ਨੂੰ ਦੱਸਦੇ ਆ ਕਿ ਅਸੀਂ ਮਹਾਰਾਜ ਦੇ ਦਰ ਦੇ ਕੂਕਰ ਹਾਂ, ਅਸੀਂ ਮਹਾਰਾਜ ਦੇ ਸੇਵਕ ਹਾਂ। ਕਵਿਰਾਜ ਜੀ ਨੇ ਕਦਾਚਿਤ ਵੀ ਇਹ ਨਹੀਂ ਜਣਾਇਆ ਕਿ ਅਸੀਂ ਇਹ ਸਭ ਕੁਝ ਅੰਤਰਜਾਮਤਾ ਨਾਲ ਵੇਖ ਕਰਕੇ ਲਿਖ ਰਹੇ ਹਾਂ, ਪਰ ਕਵਿਤਾ ਦੀ ਨੁਹਾਰ ਦੱਸਦੀ ਹੈ। ਇੱਕ ਇੱਕ ਗਿੱਠ ਨਾਲ ਮਿਣ ਕੇ ਇਤਿਹਾਸ ਲਿਖਿਆ, ਇੱਕ ਇੱਕ ਚੱਪੇ ਦਾ ਇਤਿਹਾਸ ਲਿਖ ਦਿੱਤਾ ਕਿ ਇੰਨੇ ਵਜੇ ਮਹਾਰਾਜ ਉੱਠਦੇ ਐ, ਐਸ ਪੈਰ ਸਤਿਗੁਰੂ ਇਸ਼ਨਾਨ ਸੋਧਦੇ, ਐਸ ਪੈਰ ਸਤਿਗੁਰੂ ਜੀ ਧਿਆਨ ਸਥਿਤ ਹੋ ਜਾਂਦੇ।
ਸੱਚੇ ਪਾਤਸ਼ਾਹ ਸੂਰਜ ਉਹਦੇ ਹੋਣ ਨਾਲਿਓਂ ਦੀਵਾਨ ਸੱਜਦਾ, ਕੌਣ ਕੌਣ ਸਿੱਖ ਮਹਾਰਾਜ ਕੋਲ ਆਇਆ, ਕੀ ਕੀ ਵਾਰਤਾ ਚੱਲੀ, ਇਉਂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਕਿਹੜੇ ਕਿਹੜੇ ਦੇਸ਼ ਦੀਆਂ ਸੰਗਤਾਂ ਆਈਆਂ, ਕਿੱਥੇ ਕਿੱਥੇ ਠਹਿਰੀਆਂ ਹੋਈਆਂ ਹਨ। ਇਉਂ ਇਹ ਸਾਰਾ ਕੁਝ ਮਹਾਰਾਜ ਦੇ ਦਰਬਾਰ ਦੀ ਇੱਕ ਇੱਕ ਚੀਜ਼ ਫਿਰ ਲਿਖ ਦੇਣੀ। ਹਾਥੀ ਕਿਵੇਂ ਖੜੇ ਆ, ਘੋੜੇ ਕਿਵੇਂ ਖੜੇ ਆ, ਪੰਜ ਪਿਆਰੇ ਕਿੱਥੇ ਬੈਠੇ ਹੋਏ ਆ, ਕਿਵੇਂ ਮਹਾਰਾਜ ਉਹਨਾਂ ਨਾਲ ਗੱਲਬਾਤ ਕਰ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਹਜੂਰੀ ਸਿੰਘ ਜਿਹੜੇ ਆ ਭਾਈ ਆਲਮ ਸਿੰਘ ਜੀ ਮਹਾਰਾਜ ਤੇ ਚੌਰ ਕਿਵੇਂ ਕਰ ਰਹੇ ਆ, ਹਜੂਰ ਦਾ ਤਖਤ ਕਿਵੇਂ ਸਜਿਆ ਹੋਇਆ, ਚੰਦੋਆ ਸਾਹਿਬ ਕਿਵੇਂ ਵੱਜਿਆ ਹੋਇਆ, ਤੇ ਇੱਥੋਂ ਤੱਕ ਕਿ ਚੰਦੋਏ ਸਾਹਿਬ ਦੀਆਂ ਰੇਸ਼ਮ ਦੀਆਂ ਡੋਰਾਂ ਨਾਲ ਲਟਕਦੇ ਹੋਏ ਫੁੱਲਾਂ ਤੱਕ ਨੂੰ ਗਿਣ ਦੇਣਾ। ਵਿਛਾਈ ਕਿਹੇ ਜੀ ਆ, ਉਹ ਵਿਛਾਈ ਗਿਣ ਦੇਣੀ। ਇਹ ਦਰਸ਼ਨਾਂ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ। ਕਵਿਰਾਜ ਜਦੋਂ ਆਪਣੇ ਆਪ ਵਿੱਚ ਇਉਂ ਗਵਾਚ ਜਾਇਆ ਕਰਦੇ, ਜਿਵੇਂ ਉਸ ਸੁਰਤ ਵਿੱਚ ਕਵਿਰਾਜ ਉਹਨਾਂ ਥਾਵਾਂ 'ਤੇ ਚਲੇ ਜਾਂਦੇ ਸਨ, ਉਹਨਾਂ ਸਮਿਆਂ ਵਿੱਚ ਚਲੇ ਜਾਂਦੇ ਸਨ ਜਿੱਥੇ ਇਹ ਸਭ ਕੁਝ ਵਰਤਿਆ ਹੋਵੇ। ਜਿਵੇਂ ਕਵਿਰਾਜ ਜੀ ਨੇ ਆਪਣੀਆਂ ਅੱਖਾਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਦਾ ਉਹ ਸਮਾਂ ਤੱਕ ਲਿਆ ਹੋਵੇ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਆਪਣੇ ਵਿਹੜੇ ਵਿੱਚ ਖੇਡਦਿਆਂ ਹੋਇਆਂ ਬਾਲ ਲੀਲਾ ਵਿੱਚ ਸਤਿਗੁਰਾਂ ਜੀ ਨੂੰ ਤੱਕ ਲਿਆ ਹੋਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਰਿੜ੍ਹਦੇ ਹੋਏ ਇਉਂ ਗਏ ਹੈ, ਸਤਿਗੁਰੂ ਜੀ ਦੇ ਸਰੀਰ ਨੂੰ ਮਿੱਟੀ ਲੱਗ ਗਈ ਹੈ, ਮਾਤਾ ਜੀ ਨੇ ਚੱਕਿਆ ਹੈ, ਮੱਥਾ ਚੁੰਮਿਆ ਹੈ। ਇਉਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹਨ ਨਾ, ਇਹਦਾ ਸਰੋਤ ਕਵਿਰਾਜ ਦੇ ਆਪਣੇ ਜਿਹੜੇ ਆ ਗਿਆਨ ਦੇ ਚਕਸ਼ੂ ਹਨ, ਉਹਨਾਂ ਦੀ ਦਿਵ ਦ੍ਰਿਸ਼ਟੀ ਹੈ, ਤੇ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਖੁੱਲ੍ਹਦੀ ਹੈ। ਇਹ ਮਹਾਰਾਜ ਜੀ ਦੇ ਨਾਮ ਨਾਲ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਫਿਰ ਉਹ ਜਿੱਥੇ ਚੱਕ ਚਾਹੇ ਵੇਖ ਸਕਦੇ ਆ। ਉਹਨਾਂ ਕੋਲ ਭੂਤ ਭਵਿੱਖ ਕੁਝ ਵੀ ਛਾਨੀ ਨਹੀਂ ਰਹਿੰਦਾ। ਸਭ ਕੁਝ ਉਹਨਾਂ ਦੇ ਅੱਗੇ ਹੱਥ ਦੇ ਉੱਤੇ ਜਿਵੇਂ ਔਲਾ ਰੱਖਿਆ ਹੁੰਦਾ ਹੱਥ ਦੀ ਹਥੇਲੀ ਤੇ, ਇਵੇਂ ਸਭ ਕੁਝ ਉਹਨਾਂ ਦੇ ਸਾਹਮਣੇ ਜਿਹੜਾ ਹੈ ਨਾ ਉਹ ਪ੍ਰਗਟ ਹੋ ਜਾਂਦਾ ਹੈ। ਕਵਿਰਾਜ ਨੇ ਐਡੀ ਵੱਡੀ ਕਮਾਈ ਦੇ ਨਾਲ ਇਤਿਹਾਸ ਸਿਰਜਿਆ ਹੈ, ਪਰ ਫਿਰ ਵੀ ਸਿੱਖਾਂ ਦੇ ਅੰਦਰ ਕਵਿਰਾਜ ਜੀ ਦੀ ਇਹ ਨਿਮਰਤਾ ਹੈ। ਤੇ ਨਾਲੇ ਸਰੋਤ ਦੱਸ ਰਹੇ ਆ ਕਵਿਰਾਜ ਕਿ ਇਹ ਪਵਿੱਤਰ ਇਤਿਹਾਸ ਜੇ ਅੱਜ ਦੱਸਿਆ ਨਾ ਹੁੰਦਾ ਤੇ ਸ਼ੰਕਾਵਾਦੀ ਤਾਂ ਅੱਗੇ ਹੀ ਸ਼ੰਕਾ ਕਰੀ ਜਾਂਦੇ ਆ ਜੀ ਗੁਰਬਾਣੀ ਦੇ ਅਨੁਸਾਰ ਨਹੀਂ ਹੈ। ਇਹ ਤਾਂ ਇਤਿਹਾਸ ਜਿਹੜਾ ਗੁਰਬਾਣੀ ਤੋਂ ਉਲਟ ਹੈ। ਕਵਿਰਾਜ ਨੇ ਮੋਹਰ ਛਾਪ ਲਾ ਦਿੱਤੀ ਇਤਿਹਾਸ ਦੇ ਉੱਤੇ ਆਪ ਕਿ ਇਤਿਹਾਸ ਭਾਈ ਅਸੀਂ ਆਪਣੀ ਮਨਮਰਜ਼ੀ ਨਾਲ ਹੀ ਉਚਾਰਨ ਨਹੀਂ ਕੀਤਾ ਹੈ। ਇਹ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਹੈ। ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਸਰੋਤ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਸਰੋਤ ਹਨ। ਫਿਰ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਹਜੂਰ ਰਹੇ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੀਆਂ ਹੱਥ ਲਿਖਤ ਪੋਥੀਆਂ ਉਹਨਾਂ ਇਸ ਇਤਿਹਾਸ ਦਾ ਸਰੋਤ ਹਨ। ਇਸ ਕਰਕੇ ਹੁਣ ਤਾਂ ਰੰਚਕ ਮਾਤਰ ਵੀ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਇਹ ਇਤਿਹਾਸ ਜਿਹੜਾ ਹੈ ਇਹ ਕਿਸੇ ਦੇ ਕੋਈ ਖਿਆਲਾਤ ਹਨ ਕੇਵਲ, ਨਹੀਂ ਇਹ ਗੁਰਸਿੱਖੀ ਦਾ ਬਹੁਤ ਭਾਰੀ ਜਿਹੜਾ ਖਜ਼ਾਨਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਦਰਸ਼ਨ ਕਰਵਾਉਣ ਵਾਲਾ ਮਹਾਰਾਜ ਦਾ ਪਵਿੱਤਰ ਇਤਿਹਾਸ ਹੈ। ਕਵਿਰਾਜ ਕਹਿੰਦੇ ਹਨ ਇਹਨਾਂ ਸਰੋਤਾਂ ਤੋਂ ਅਸੀਂ ਇਹ ਪਵਿੱਤਰ ਇਤਿਹਾਸ ਲਿਖਿਆ ਏ। ਸਰਬ ਸੁਨਾਵੋ ਮਮ ਮਤ ਜਥਾ, ਕਹਿੰਦੇ ਸਾਰਾ ਮੈਂ ਸੁਣਾਵਾਂਗਾ ਜਿਸ ਤਰ੍ਹਾਂ ਦੀ ਮੇਰੀ ਮਤ ਵਿੱਚ ਇਹ ਆ ਰਿਹਾ ਹੈ। ਮਨੀ ਸਿੰਘ ਭਏ ਬੁੱਧਵਾਨ, ਭਾਈ ਮਨੀ ਸਿੰਘ ਸਾਹਿਬ ਜੀ ਜੋ ਬਹੁਤ ਬੁੱਧਵਾਨ ਹੋਏ, ਬੜੇ ਸਿਆਣੇ, ਕਿਉਂਕਿ ਭਾਈ ਮਨੀ ਸਿੰਘ ਸਾਹਿਬ ਜੀ ਨੇ ਸ੍ਰੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਦਾ ਸੰਗ੍ਰਹਿ ਕੀਤਾ। ਭਾਈ ਮਨੀ ਸਿੰਘ ਸਾਹਿਬ ਜੀ ਨੇ, ਕਿਉਂਕਿ ਵਿਦਵਾਨ ਪੁਰਖ ਹੀ ਆਪਣੀਆਂ ਕੌਮਾਂ ਨੂੰ ਜਿਹੜਾ ਹੈ ਨਾ ਉਹ ਸਿਖਰਾਂ 'ਤੇ ਲਿਜਾਂਦੇ ਹੈ ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼ਾਂ ਦੇ ਮੁਤਾਬਕ। ਕਿਉਂਕਿ ਭਾਈ ਮਨੀ ਸਿੰਘ ਸਾਹਿਬ ਜੀ ਉਹ ਹਨ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿ ਕਰਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੇ ਭਾਈ ਮਨੀ ਸਿੰਘ ਸਾਹਿਬ ਨੇ ਬਹੁਤ ਸਾਰੇ ਵਡਮੁੱਲੇ ਗ੍ਰੰਥ ਰਚੇ। ਇਹ ਤਾਂ ਬਹੁਤ ਸਾਡੀ ਜਿਹੜੀ ਆ ਬਦਕਿਸਮਤੀ ਵਾਲੀ ਗੱਲ ਹੈ, ਕਿਉਂਕਿ ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਨਾ ਤੇ ਉਹਨਾਂ ਦੇ ਜਿਹੜੇ ਲਿਖਤੀ ਸਰੋਤ ਹਨ ਨਾ ਉਹ ਜਿਹੜੇ ਕੌਮਾਂ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ, ਕੌਮਾਂ ਦੇ ਗਲੋਂ ਗੁਲਾਮੀ ਦਾ ਜੂੜਾ ਲੈਣ ਨਹੀਂ ਦੇਣਾ ਚਾਹੁੰਦੇ, ਉਹਨਾਂ ਦੇ ਲਿਖਤੀ ਸਰੋਤ ਖਰਾਬ ਕਰ ਦਿੰਦੇ। ਜੇ ਕੋਈ ਹੋਣ ਵੀ ਕੋਲ ਤੇ ਉਹ ਉਹਨਾਂ ਉੱਤੇ ਕੌਮ ਨੂੰ ਸ਼ੰਕੇ ਪ੍ਰਗਟਾਏ ਜਾਂਦੇ ਆ ਕਿ ਇਹ ਠੀਕ ਨਹੀਂ ਹਨ। ਕਿਉਂਕਿ ਅੱਜ ਜਿਹੜੇ ਸ਼ੰਕੇ ਪ੍ਰਗਟਾਏ ਜਾ ਰਹੇ ਹੈ, ਤੁਸੀਂ ਵੇਖੋ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਦੋਂ ਹੋਂਦ ਵਿੱਚ ਆਇਆ ਜਦੋਂ ਖਾਲਸੇ ਦਾ ਰਾਜ ਸੀਗਾ। ਜਦੋਂ ਲਾਹੌਰ ਦੇ ਅੰਦਰ ਖਾਲਸਾ ਹੀ ਪਰਚਮ ਲਹਿਰਾਉਂਦਾ ਸੀ, ਉਦੋਂ ਇਹ ਗ੍ਰੰਥ ਹੋਂਦ ਵਿੱਚ ਆਇਆ ਤੇ ਰਾਜਾ ਉਦੇ ਸਿੰਘ ਜੀ ਦੀ ਰਿਆਸਤ ਦੇ ਵਿੱਚ ਇਹ ਗ੍ਰੰਥ ਜਿਹੜਾ ਹੈ ਉਹ ਲਿਖਿਆ ਗਿਆ ਹੈ। ਇਸ ਕਰਕੇ ਉਦੋਂ ਕੋਈ ਸ਼ੰਕਾ ਨਹੀਂ ਪ੍ਰਗਟ ਹੋਇਆ।
ਜਦੋਂ ਇਸ ਪ੍ਰਕਾਰ ਕੋਈ ਸਿੱਖੀ ਦੀ ਪ੍ਰਫੁੱਲਤਾ ਨਹੀਂ ਵੇਖਣਾ ਚਾਹੁੰਦਾ, ਸਿੱਖੀ ਦਾ ਨਿਆਰਾਪਨ ਨਹੀਂ ਜਿਨ੍ਹਾਂ ਨੂੰ ਚੰਗਾ ਲੱਗਦਾ, ਉਹ ਫਿਰ ਬਹੁਤ ਸਾਰੇ ਇਹੋ ਜਿਹੇ ਮਾਹੌਲ ਬਣਾਉਂਦੇ ਆ ਕਿ ਇਹਨਾਂ ਤੋਂ ਸਿੱਖ ਦੀ ਜੇ ਬਾਣੀ ਤੋਂ, ਗੁਰੂ ਸਾਹਿਬ ਦੇ ਇਤਿਹਾਸ ਤੋਂ ਹੀ ਉਹਦੀ ਸ਼ਰਧਾ ਟੁੱਟ ਜਾਵੇ, ਜੇ ਸਿੱਖ ਟੁੱਟ ਗਿਆ ਤਾਂ ਉਹਦੇ ਪੱਲੇ ਕੀ ਰਹੂਗਾ? ਕੱਖ ਨਹੀਂ ਰਹਿਣਾ। ਨਾ ਉਹਦੇ ਕੋਲ ਸੁਣਨ ਨੂੰ ਕੋਈ ਜਿਹੜਾ ਹੈ ਪ੍ਰਸੰਗ ਹੈ, ਇਤਿਹਾਸ ਹੈ। ਕਿਉਂਕਿ ਇਹ ਅੰਗਰੇਜ਼ ਨੇ ਵੀ ਕਹਿੰਦੇ ਇਹ ਬੜੀ ਭਾਡੀ ਸੱਟ ਮਾਰੀ ਸੀਗੀ ਪਹਿਲਿਆਂ ਸਮਿਆਂ ਦੇ ਅੰਦਰ, ਜਦੋਂ ਅਸੀਂ ਵੀ ਆਪਣੇ ਬਚਪਨ ਦੇ ਅੰਦਰ ਵੇਖਦੇ ਰਹੇ ਹਾਂ ਕਿ ਘਰ ਦੇ ਬਜ਼ੁਰਗ ਜਿਹੜੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਾਖੀ ਇੱਕ ਰਾਤ ਨੂੰ ਜ਼ਰੂਰ ਸਾਰੇ ਪਰਿਵਾਰ ਨੂੰ ਸੁਣਾਉਂਦੇ, ਤੇ ਸੁਣ ਕੇ ਸਾਰਾ ਪਰਿਵਾਰ ਸਤਿਗੁਰਾਂ ਜੀ ਦੀ ਸਾਖੀ ਨੂੰ ਫਿਰ ਉਹ ਸੌਂ ਜਾਂਦੇ। ਫਿਰ ਅਗਲੇ ਦਿਨ ਸੌਣ ਦੇ ਵੇਲੇ ਇਉਂ ਬੱਚਿਆਂ ਨੂੰ ਜਵਾਨੀ ਤੱਕ ਆਉਂਦਿਆਂ ਤੱਕ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਇਤਿਹਾਸ ਜਿਹੜਾ ਸੀ ਉਹ ਕੰਠੀ ਹੋ ਜਾਂਦਾ ਸੀਗਾ। ਤੇ ਫਿਰ ਸੱਥਾਂ ਦੇ ਵਿੱਚ ਵੀ ਬੈਠ ਕਰਕੇ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਦੀਆਂ ਜਨਮ ਸਾਖੀਆਂ ਸੁਣਾਈਆਂ ਜਾਂਦੀਆਂ ਸੀ, ਇਤਿਹਾਸ ਸੁਣਾਇਆ ਜਾਂਦਾ ਸੀਗਾ। ਤੇ ਅੰਗਰੇਜ਼ ਨੇ ਇਹੋ ਜਿਹਾ ਮਾਹੌਲ ਪੰਜਾਬ ਦਾ ਵਿਗਾੜਿਆ ਕਿ ਉਹਨਾਂ ਸੱਥਾਂ ਵਿੱਚ ਤਾਸ਼ਾਂ ਖੇਡੀਆਂ ਜਾਣ ਲੱਗ ਪਈਆਂ, ਜੂਏ ਖੇਡੇ ਜਾਣ ਲੱਗ ਪਏ, ਨਸ਼ਿਆਂ ਦਾ ਸੇਵਨ ਹੋਣ ਲੱਗ ਪਿਆ, ਭਲੇ ਪੁਰਸ਼ ਸੱਥਾਂ ਵਿੱਚ ਆਉਣੋਂ ਹੀ ਹਟ ਗਏ। ਇਸ ਤਰ੍ਹਾਂ ਦੀ ਹਾਲਤ ਜਿਹੜੀ ਸੀ, ਇਹ ਸਾਰਾ ਮਾਹੌਲ ਵਿਗੜ ਗਿਆ। ਫਿਰ ਜਦੋਂ ਕੌਮਾਂ ਗੁਲਾਮ ਹੁੰਦੀਆਂ ਨਾ, ਉਦੋਂ ਜਿਹੜੀ ਕੋਈ ਚੀਜ਼ ਕੌਮ ਨੂੰ ਪ੍ਰਫੁੱਲਤ ਕਰਦੀ ਹੈ ਉਹਦੇ ਉੱਤੇ ਵੀ ਸ਼ੰਕਾ ਜਿਹੜਾ ਹੈ ਉਹ ਪਾਇਆ ਜਾਣਾ ਇਹ ਸੁਭਾਵਿਕ ਹੀ ਹੈ। ਪਰ ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਜਿਹੜਾ ਹੈ ਨਾ ਉਹ ਸੇਧ ਲੈਣੀ ਚਾਹੀਦੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਫਿਰ ਪੰਕਤੀ ਪੜੋ। ਮਨੀ ਸਿੰਘ ਭਏ ਬੁੱਧਵਾਨ। ਤੋ ਭਾਈ ਮਨੀ ਸਿੰਘ ਸਾਹਿਬ ਜੀ ਜੋ ਬਹੁਤ ਬੁੱਧਵਾਨ ਸਿਆਣੇ ਹੋਏ, ਜਿਨ੍ਹਾਂ ਨੇ ਬਹੁਤ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਹੈ। ਕਵੀ ਜੀ ਨੇ ਦੱਸਿਆ ਹੈ ਕਿ ਭਾਈ ਮਨੀ ਸਿੰਘ ਸਾਹਿਬ ਦੇ ਹੱਥ ਲਿਖਤ ਬਹੁਤੇ ਸਰੋਤ ਸਾਨੂੰ ਪ੍ਰਾਪਤ ਹੋਏ। ਤਿਨਹੁ ਬ੍ਰਿਤੰਤ ਜੋ ਕੀਨ ਬਖਾਨ। ਉਹਨਾਂ ਨੇ ਜੋ ਬ੍ਰਿਤਾਂਤ ਬਖਾਨ ਕੀਤੇ, ਭਾਵ ਕਹਿਣਾ ਕੀਤੇ। ਹੁਣ ਭਾਈ ਮਨੀ ਸਿੰਘ ਸਾਹਿਬ ਨੇ ਤੇ ਅੱਖੀਂ ਡਿੱਠਾ ਹੈ ਨਾ ਸਭ ਕੁਝ, ਤੇ ਆਪਣੀਆਂ ਹੱਥ ਲਿਖਤਾਂ ਜਿਹੜੀਆਂ ਸੀ ਭਾਈ ਸਾਹਿਬ ਨੇ ਫਿਰ ਉਹਨਾਂ ਵਿੱਚ ਗੁਰੂ ਸਾਹਿਬ ਜੀ ਦੀ ਬਾਬਤ ਲਿਖਣਾ ਕੀਤਾ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਾਈ ਗਈ, ਸਤਿਗੁਰਾਂ ਜੀ ਦੇ ਹਜ਼ੂਰ ਸ਼੍ਰੀ ਆਨੰਦਪੁਰ ਸਾਹਿਬ ਦਾ ਘੇਰਾ ਪੈਣਾ, ਫਿਰ ਉਸ ਸਤਿਗੁਰਾਂ ਜੀ ਨੇ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਤੁਰਨਾ, ਇਹ ਬਹੁਤ ਸਾਰੇ ਹਵਾਲੇ ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਲਿਖਤਾਂ ਵਿੱਚ ਸਨ। ਇਸ ਸ਼ੁਭ ਗ੍ਰੰਥ ਵਿਖੇ ਮੈਂ ਕਹਾਂ। ਕਵੀਰਾਜ ਜੀ ਨੇ ਹੁਣ ਇੱਥੇ ਵੇਖੋ ਦੱਸਿਆ ਕਿ ਇਸ ਗ੍ਰੰਥ ਦੇ ਅੰਦਰ ਉਹ ਸ਼ੁਭ ਕਥਾ ਸਾਰੀਆਂ ਜਿਹੜੀਆਂ ਭਾਈ ਮਨੀ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਹੈ ਉਹ ਮੈਂ ਕਹਾਂਗਾ। ਸ੍ਰੀ ਗੁਰ ਸੋ ਜਸ ਜਹਾਂ ਤੇ ਲਹੋ। ਜਿੱਥੋਂ ਜਿੱਥੋਂ ਮੈਂ ਸਤਿਗੁਰਾਂ ਜੀ ਦਾ ਜਸ ਲਵਾਂਗਾ, ਪ੍ਰਾਪਤ ਕਰਾਂਗਾ, ਤਹ ਤੇ ਕਰੋ ਬਟੋਰਨ ਸਾਰੇ। ਉਥੋਂ ਸਾਰਿਆਂ ਥਾਵਾਂ ਤੋਂ ਮੈਂ ਬਟੋਰਨ ਕਰਾਂਗਾ, ਭਾਵ ਇਕੱਠਾ ਕਰਾਂਗਾ ਸਤਿਗੁਰਾਂ ਜੀ ਦਾ ਜਸ। ਕਿਤਕ ਸੁਨੀ ਸਿੱਖਨ ਮੁਖ ਦੁਆਰੇ। ਫਿਰ ਹੁਣ ਕਵੀਰਾਜ ਇੱਥੇ ਵੀ ਜ਼ਿਕਰ ਕਰਦੇ ਆ ਕਿ ਕਈਆਂ ਸਾਖੀਆਂ ਨੂੰ ਅਸੀਂ ਸਿੱਖਾਂ ਦੇ ਮੁਖ ਤੋਂ ਸੁਣਨਾ ਕੀਤਾ ਏ। ਸੇ ਸਭ ਇਸ ਮੈਂ ਲਿਖਾਂ ਬਣਾਈ। ਉਹ ਸਾਰੀਆਂ ਬਣਾ ਸਵਾ ਕਰਕੇ ਅਸੀਂ ਇਸ ਗ੍ਰੰਥ ਦੇ ਅੰਦਰ ਲਿਖਣਾ ਕਰਾਂਗੇ। ਕਿਉਂਕਿ ਸੀਨੇ ਬਸੀਨੇ ਕੁਝ ਜਿਹੜੀਆਂ ਸੀਨਾ ਇਹ ਪੰਥ ਦੇ ਅੰਦਰ ਜਿਹੜੀਆਂ ਕਥਾਵਾਂ ਚੱਲਦੀਆਂ, ਉਹ ਕਵੀਰਾਜ ਕਹਿੰਦੇ ਉਹਨਾਂ ਨੂੰ ਵੀ ਅਸੀਂ ਲਿਖਤੀ ਰੂਪ ਦੇ ਦੇਵਾਂਗੇ। ਹੁਣ ਜਿਹੜੀਆਂ ਅਸੀਂ ਵੱਡਿਆਂ ਗੁਰਸਿੱਖਾਂ ਤੋਂ, ਪੁਰਾਣਿਆਂ ਗੁਰਸਿੱਖਾਂ ਤੋਂ ਸੁਣੀ ਹੈ, ਬਜ਼ੁਰਗਾਂ ਤੋਂ ਸੁਣੀ ਹੈ, ਤੇ ਕਵੀਰਾਜ ਉਸ ਨੂੰ ਆਪਣੇ ਆਈਨੇ ਵਿੱਚ ਵੇਖਦੇ, ਗੁਰਮਤਿ ਦੇ ਆਈਨੇ ਵਿੱਚ ਵੇਖ ਕਰਕੇ ਤੇ ਫਿਰ ਕਵੀਰਾਜ ਜੀ ਕਹਿੰਦੇ ਅਸੀਂ ਉਹ ਵੀ ਲਿਖਾਵਾਂਗੇ। ਛੰਦ ਬੰਦ ਕਰ ਸੁੰਦਰਤਾਈ। ਸੋਹਣੀ ਛੰਦਾਬੰਦੀ ਦੇ ਅੰਦਰ ਸੁੰਦਰਤਾਈ ਦੇ ਵਿੱਚ ਲਿਆ ਕਰਕੇ, ਕਵਿਤਾ ਦੇ ਵਿੱਚ ਲਿਆ ਕਰਕੇ ਲਿਖਾਵਾਂਗੇ। ਕਿਤ ਕਿਤ ਅਪਰਥਾਨ ਗੁਰ ਕਥਾ। ਕਹਿੰਦੇ ਕਿਤੇ ਕਿਤੇ ਹੋਰਨਾਂ ਥਾਵਾਂ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ, ਕਿਉਂਕਿ ਭਾਰਤ ਵਰਸ਼ ਦੇ ਅੰਦਰ ਬਹੁਤ ਸਾਰੇ ਪੁਰਾਤਨ ਗ੍ਰੰਥ ਹਨ, ਤੇ ਜਿਹੜੇ ਸੀਗੇ ਕੁਝ ਸੰਨਿਆਸੀ ਜਾਂ ਕਿਸੇ ਪ੍ਰਕਾਰ ਕੋਈ ਹੋਰ ਮਤਾਂਤਰਾਂ ਦੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੁੰਦੇ, ਹੋਰਨਾਂ ਗ੍ਰੰਥਾਂ ਵਿੱਚ ਹੋਰਨਾਂ ਅਵਤਾਰਾਂ ਦੀ ਕਥਾ ਵੀ ਲਿਖੀ ਹੁੰਦੀ, ਨਾਲ ਗੁਰੂ ਸਾਹਿਬ ਜੀ ਦੀ ਕਥਾ ਵੀ ਜਸ ਲਿਖਿਆ ਹੁੰਦਾ। ਕਵੀਰਾਜ ਕਹਿੰਦੇ ਹੋਰਨਾਂ ਥਾਵਾਂ ਤੇ ਹੋਰਨਾਂ ਗ੍ਰੰਥਾਂ ਵਿੱਚ ਵੀ ਸਤਿਗੁਰਾਂ ਜੀ ਦੇ ਜਸ ਦੀ ਕਥਾ ਅਸੀਂ ਵੇਖੀ ਹੈ। ਸੋ ਮੈਂ ਰਚਾਉ ਦੇਖ ਹਾਂ ਜਥਾ। ਜਿਸ ਤਰ੍ਹਾਂ ਅਸੀਂ ਵੇਖਾਂਗੇ, ਪਹਿਲੋਂ ਵੇਖੋ ਜ਼ਿਕਰ ਕੀਤਾ ਇੱਥੇ ਹੁਣ ਕਹਿੰਦੇ ਵੇਖਾਂਗੇ ਜਥਾ, ਜਿਸ ਤਰ੍ਹਾਂ ਜੋਗ ਹੋਈ
ਗੁਰਮਤਿ ਦੇ ਅਨੁਸਾਰ ਹੋਵੇਗੀ ਤੇ ਅਸੀਂ ਇੱਥੇ ਉਸ ਕਥਾ ਨੂੰ ਵੀ ਲਿਖਾਂਗੇ। ਸ੍ਰੀ ਗੁਰ ਕੋ ਇਤਿਹਾਸ ਜਗਤ ਮਹਿ ਜਗਤ ਦੇ ਅੰਦਰ ਕਹਿੰਦੇ ਸ੍ਰੀ ਗੁਰੂ ਜੀ ਦਾ ਇਤਿਹਾਸ 10 ਪਾਤਸ਼ਾਹੀਆਂ ਦਾ ਜੋ ਇਤਿਹਾਸ ਹੈ ਰਲ ਮਿਲ ਰਹਿਓ ਏਕ ਥਲ ਸਭ ਨਹਿ ਤੇ ਇਹ ਰਲ ਮਿਲ ਗਿਆ ਹੈ, ਇੱਕ ਥਾਂ ਤੇ ਨਹੀਂ ਹੈ ਸਾਰਾ। ਬਹੁਤ ਸਾਰੇ ਹੋਰਨਾਂ ਗ੍ਰੰਥਾਂ ਵਿੱਚ ਹੈ, ਹੋਰਨਾਂ ਧਰਮਾਂ ਦੇ ਜਿਹੜੇ ਸਾਧੂ ਮਹਾਤਮਾ ਉਹਨਾਂ ਨੇ ਵੀ ਲਿਖਿਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਤਾਂ ਮੁਸਲਮਾਨ ਵੀ ਪ੍ਰਭਾਵਿਤ ਸਤਿਗੁਰਾਂ ਜੀ ਨੂੰ ਆਪਣਾ ਪੀਰ ਮੰਨਦੇ ਆ, ਹਿੰਦੂ ਆਪਣਾ ਗੁਰੂ ਮੰਨਦੇ ਆ, ਸਿੱਖਾਂ ਦੇ ਤਾਂ ਹਨ ਹੀ ਸਤਿਗੁਰੂ ਜੀ ਪਿਤਾ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਕਵਿਰਾਜ ਕਹਿੰਦੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਵਿੱਚ ਵੀ ਲਿਖਿਆ ਹੈ, ਪਰ ਅਸੀਂ ਸਾਰਾ ਜਿਹੜਾ ਹੈ ਫਿਰ ਪੰਕਤੀ ਪੜੋ। ਰਲ ਮਿਲ ਰਹਿਓ ਏਕ ਥਲ ਸਭ ਨਹਿ ਕਹਿੰਦੇ ਸਾਰਾ ਇਤਿਹਾਸ ਇੱਕ ਥਾਂ ਤੇ ਨਹੀਂ ਪ੍ਰਾਪਤ ਹੁੰਦਾ। ਜੇ ਕਿਸੇ ਨੇ ਗੁਰੂ ਸਾਹਿਬ ਦਾ ਸਾਰਾ 10 ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹਨਾ ਹੋਵੇ ਤਾਂ ਇੱਕ ਥਾਂ ਤੇ ਨਹੀਂ ਕਵਿਰਾਜ ਕਹਿੰਦੇ ਪ੍ਰਾਪਤ ਹੁੰਦਾ, ਉਹ ਰਲ ਮਿਲਿਆ ਹੋਇਆ ਸਾਰਿਆਂ ਥਾਵਾਂ ਤੇ। ਜਿਮ ਸਿਕਤਾ ਮਹਿ ਕੰਚਨ ਮਿਲੇ ਹੁਣ ਕਹਿੰਦੇ ਨੇ ਕਿ ਜਿਵੇਂ ਗੁਰੂ ਜੀ ਦਾ ਇਤਿਹਾਸ ਤਾਂ ਸੋਨੇ ਦੀ ਨਿਆਈ ਹੈ, ਹੋਰ ਅਵਤਾਰਾਂ ਦੀ ਕਥਾ ਜਿਹੜੀ ਹੈ ਕਵਿਰਾਜ ਕਿਸੇ ਦਾ ਨਿਰਾਦਰ ਨਹੀਂ ਕਰਦੇ, ਸਤਿਕਾਰ ਸਭ ਦਾ ਕਰਦੇ ਆ, ਪਰ ਜਿਸ ਥਾਂ ਦੇ ਉੱਤੇ ਸੰਸਾਰ ਦੀਆਂ ਗੱਲਾਂ ਲੌਕਿਕ ਰੀਤੀਆਂ ਦਸੀਆਂ ਹੋਣ ਉਹ ਕਹਿੰਦੇ ਰੇਤ ਦੀ ਤਰ੍ਹਾਂ ਹਨ ਹੋਰ ਸੰਸਾਰੀ ਗੱਲਾਂ, ਪਰ ਕਹਿੰਦੇ ਉਹਨਾਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਨਾਲ ਕੀ ਹੈ ਕਿ ਗੁਰੂ ਸਾਹਿਬ ਦਾ ਜਸ ਵੀ ਲਿਖਿਆ ਹੋਇਆ, ਪਰ ਕਹਿੰਦੇ ਇਉਂ ਹੈ ਜਿਵੇਂ ਰੇਤ ਵਿੱਚ ਸੋਨਾ ਜਿਹੜਾ ਹੈ ਉਹ ਖਿਲਰਿਆ ਹੋਵੇ। ਬੀਨ ਡਾਵਲਾ ਲੈ ਤਹ ਭਲੇ ਕਹਿੰਦੇ ਬੀਨ ਬੀਨ ਕੇ ਚੁਣ ਚੁਣ ਕੇ ਡਾਵਲਾ ਨਿਆਰਾ ਕਰ ਲੂੰਗਾ ਮੈਂ ਭਲਾ ਚੰਗੇ ਤਰੀਕੇ ਨਾਲ। ਕਵਿਰਾਜ ਨੇ ਇਹੋ ਜੀ ਛਾਨਣੀ ਮਾਰੀ ਕਿ ਸਾਰਿਆਂ ਥਾਵਾਂ ਤੋਂ ਗੁਰੂ ਜੀ ਦਾ ਜਸ ਚੱਕ ਕੇ ਇਸ ਪਾਵਨ ਗ੍ਰੰਥ ਦੇ ਅੰਦਰ ਭਰ ਦਿੱਤਾ। ਵੱਡਾ ਸਮੁੰਦਰ ਦੀ ਨਿਆਈ ਵਿਸ਼ਾਲ ਗ੍ਰੰਥ ਸਿਰਜ ਦਿੱਤਾ ਕਵਿਰਾਜ ਜੀ ਨੇ। ਵੇਖੋ ਕਿਸੇ ਨੇ ਕੋਈ ਅੱਜ ਕਿਤਾਬ ਹੀ ਕੋਈ ਪੜ੍ਹਨੀ ਹੋਵੇ ਨਾ ਤੇ ਉਹਦਾ ਮੁਤਾਲਿਆ ਕਰਨਾ ਹੋਵੇ ਤੇ ਅੱਜ ਕੱਲ੍ਹ ਦੇ ਯੁੱਗ ਵਿੱਚ ਕਿਹਦੇ ਕੋਲ ਸਮਾਂ ਹੀ ਨਹੀਂ ਹੈਗਾ ਪਹਿਲਾਂ ਤਾਂ, ਪਰ ਫਿਰ ਵੀ ਜਿਹੜਾ ਭਾਵੇਂ ਪਹਿਲਾਂ ਹੀ ਸਮਾਂ ਹੋਵੇ ਤਾਂ ਵੀ ਐਡੀ ਮਿਹਨਤ ਦਾ ਕਾਰਜ ਜਿਹੜਾ ਨਾ ਉਹ ਸੌਖਾ ਨਹੀਂ ਹੈ। ਤਕਰੀਬਨ ਖੌਰੇ ਕਿੰਨੇ ਕੁ ਗ੍ਰੰਥ ਕਵਿਰਾਜ ਦੀਆਂ ਨਿਗਾਹ ਦੇ ਵਿੱਚ ਦੀ ਲੰਘੇ ਹੋਣਗੇ ਤੇ ਕਿੰਨੀ ਉਹਨਾਂ ਕੋਲ ਤੀਕਸ਼ਣ ਬੁੱਧੀ ਹੋਵੇਗੀ ਕਿ ਵੇਖਦਿਆਂ ਸਾਰੀ ਗੁਰੂ ਜਸ ਨੂੰ ਜਿਵੇਂ ਸੋਨੇ ਨੂੰ ਵੇਖ ਕੇ ਪਹਿਚਾਣ ਲਈਦਾ ਨਾ, ਰੇਤ ਵਿੱਚ ਪਿਆ ਹੋਇਆ ਸੋਨਾ ਚਮਕਦਾ ਹੈ, ਇਵੇਂ ਕਵਿਰਾਜ ਦੀਆਂ ਨੇਤਰਾਂ ਦੇ ਅੱਗੋਂ ਦੀ ਨਾਨਾ ਪ੍ਰਕਾਰ ਦੇ ਗ੍ਰੰਥ ਲੰਘੇ ਹੋਣਗੇ, ਪਰ ਕਵਿਰਾਜ ਨੇ ਆਪਣੇ ਸਤਿਗੁਰਾਂ ਜੀ ਦਾ ਜਸ ਸੋਨੇ ਦੀ ਤਰ੍ਹਾਂ ਪਹਿਚਾਨ ਕੇ ਕੱਢ ਲਿਆ ਹੈ। ਜੌਹਰੀ ਹੀ ਪਛਾਣ ਸਕਦਾ ਨਾ ਸੋਨੇ ਨੂੰ, ਕਵਿਰਾਜ ਜੌਹਰੀ ਹਨ ਤੇ ਉਹ ਜੌਹਰੀ ਬਣਨ ਲਈ ਕੀ ਚਾਹੀਦਾ? ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਪ੍ਰੀਤ ਚਾਹੀਦੀ ਹੈ। ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਨੇ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ। ਪ੍ਰੀਤ ਨਾਲ ਇਹੋ ਜੀ ਰੰਗਰੇਜ ਆਤਮਾ ਹੈ ਕਿ ਜਿਨ੍ਹਾਂ ਨੇ ਹਜ਼ਾਰਾਂ ਗ੍ਰੰਥਾਂ ਨੂੰ ਫਰੋਲ ਕੇ ਸਤਿਗੁਰਾਂ ਦਾ ਜਸ ਜਿਹੜਾ ਹੈ ਉਹਨੂੰ ਬੀਨ ਲਿਆ, ਚੁਣ ਲਿਆ, ਕੱਢ ਲੈਣਾ ਕੀਤਾ। ਤਥਾ ਜਗਤ ਤੇ ਮੈਂ ਚੁਣ ਲਿਉ ਕਹਿੰਦੇ ਤਥਾ ਇਸ ਤਰ੍ਹਾਂ ਜਗਤ ਦੇ ਅੰਦਰੋਂ ਸਤਿਗੁਰਾਂ ਦਾ ਜਸ ਜਿਹੜਾ ਗੁਰਸਿੱਖੋ ਮੈਂ ਚੁਣ ਲਵਾਂਗਾ, ਵੱਖਰਾ ਕਰਾਂਗਾ। ਕਥਾ ਸਮਸਤ ਸੋ ਲਿਖ ਕਰ ਦੇਉ ਸਾਰੀ ਕਥਾ ਜਿਹੜੀ ਉਹ ਅਸੀਂ ਲਿਖ ਕਰਕੇ ਇਸ ਪ੍ਰਕਾਰ ਕਵਿਰਾਜ ਕਹਿੰਦੇ ਦੇਵਾਂਗੇ, ਪੰਥ ਦੇ ਹਵਾਲੇ ਕਰਾਂਗੇ। ਬਾਣੀ ਸਫਲ ਕਰਨ ਕਾ ਕਾਰਨ ਕਹਿੰਦੇ ਕਾਰਨ ਕੀ ਹੈ ਕਵਿਰਾਜ ਐਡੀ ਮਿਹਨਤ ਦਾ? ਕਹਿੰਦੇ ਮੈਂ ਆਪਣੀ ਬਾਣੀ ਨੂੰ ਸਫਲ ਕਰਨ ਦੇ ਕਾਰਨ ਵਾਸਤੇ ਕਿ ਮੇਰਾ ਸਰੀਰ ਸਫਲਾ ਹੋ ਜਾਵੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਵਿੱਚ ਲਿਆ ਹੋਇਆ ਮੇਰਾ ਜਨਮ ਸਫਲਾ ਹੋ ਜਾਵੇ, ਮੈਂ ਮੁਕਤ ਹੋ ਜਾਵਾਂ, ਸਤਿਗੁਰਾਂ ਦੇ ਚਰਨਾਂ ਵਿੱਚ ਸਮਾ ਜਾਵਾਂ। ਇਹ ਕਾਰਨ ਹੈ ਕਿ ਮੇਰਾ ਮਨ ਜਿਹੜਾ ਗੁਰੂ ਸਾਹਿਬ ਦੇ ਜਸ ਵਿੱਚ ਭਿੱਜਿਆ ਹੋਇਆ ਹੈ। ਇਹ ਕਾਰਨ ਹੈ ਕਿ ਸਤਿਗੁਰੂ ਜੀ ਦਾ ਜਸ ਸਮੁੰਦਰ ਦੀ ਨਿਆਈ ਹੈ, ਮੇਰਾ ਮਨ ਮੱਛ ਦੀ ਨਿਆਈ ਹੋਇਆ ਹੈ। ਕਵਿਰਾਜ ਇਹ ਕਾਰਨ ਦੱਸਦੇ ਹਨ। ਕਰਹੁ ਸਤਿਗੁਰ ਸੋ ਜਸ ਉਚਾਰਨ ਮੈਂ ਸਤਿਗੁਰਾਂ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਉਚਾਰਨ ਕਰਾਂਗਾ। ਤੋ ਸਮਾਪਤੀ ਲੱਗਦਾ ਅੱਜ ਵੀ ਦੀਵਾਨ ਵਿੱਚ ਨਹੀਂ ਸੰਪੂਰਨ ਹੋਣੀ, ਤੋ ਕੱਲ ਦੇ ਦੀਵਾਨ ਵਿੱਚ ਆਪਾਂ ਫਿਰ ਸੰਪੂਰਨਤਾ ਕਰਾਂਗੇ, ਕਿਉਂਕਿ ਸਮਾਂ ਹੋ ਚੁੱਕਾ ਹੈ। ਤੋ ਸਮੇਂ ਦੇ ਅਨੁਸਾਰ ਰਹਿ ਕਰਕੇ ਆਪਾਂ ਕਥਾ ਜਿਹੜੀ ਆ ਉਹ ਸੰਪੂਰਨ ਕਰਾਂਗੇ। ਤੋ ਕਵਿਰਾਜ ਜੀ ਨੇ ਇੱਥੇ ਜ਼ਿਕਰ ਕੀਤਾ ਹੈ ਕਿ ਇਹ ਕਥਾ ਦੇ ਰਚਣ ਦਾ ਕਾਰਨ ਕੀ ਹੈ? ਕਹਿੰਦੇ ਕਾਰਨ ਹੈ ਕਿ ਮੈਂ ਆਪਣਾ ਆਪ ਸਫਲਾ ਕਰਨਾ ਚਾਹੁੰਦਾ ਹਾਂ, ਮੈਂ ਆਪਣੀ ਬਾਣੀ ਨੂੰ ਸਫਲਿਆਂ ਕਰਨਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨੀ ਗਰੀਬ ਨਵਾਜ ਮੈਂ ਆਪ ਦਾ ਇਤਿਹਾਸ ਲਿਖ ਸਕਾਂ। ਇਹ ਕਵਿਰਾਜ ਜੀ ਦੀ ਵੇਖੋ ਕਿਆ ਲੋੜੇ ਦੀ ਨਿਮਰਤਾ ਹੈ, ਕਵਿਰਾਜ ਦਾ ਕਿੰਨਾ ਪਿਆਰ ਹੈ ਸਤਿਗੁਰਾਂ ਜੀ ਦੇ ਚਰਨਾਂ ਦੇ ਨਾਲ।
ਜਿਹੜੇ ਇਤਿਹਾਸ ਦੀ ਕਥਾ ਨੂੰ ਸੁਣਦੇ ਹੈ, ਜਦੋਂ ਕਿਤੇ ਕੋਈ ਇਹੋ ਜਿਹਾ ਵਿੱਚ ਕੋਈ ਜ਼ਿਕਰ ਆਉਂਦਾ ਹੈ, ਆਪਣੇ ਆਪ ਹੀ ਸਰੋਤਿਆਂ ਦੇ ਕੋਲ ਫਿਰ ਹੰਸ ਵਰਗੀ ਜਿਹੜੀ ਆ ਉਹ ਗੁਣ ਆ ਜਾਂਦਾ ਨਾ। ਹੰਸ ਜਿਵੇਂ ਚੁੰਝ ਪਾਵੇ ਦੁੱਧ ਵਿੱਚ ਤੇ ਉਹਦੀ ਚੁੰਝ ਵਿੱਚ ਖਟਿਆਈ ਹੋਣ ਕਰਕੇ ਇਹ ਵੀ ਕਵਿਰਾਜ ਜੀ ਨੇ ਪ੍ਰਮਾਣ ਦ੍ਰਿਸ਼ਟਾਂਤ ਦਿੱਤੇ ਹੋਏ ਹੈ। ਤੇ ਉਹ ਕੀ ਹੁੰਦਾ, ਪਾਣੀ ਵੱਖ ਹੋ ਜਾਂਦਾ ਹੈ ਤੇ ਦੁੱਧ ਦੀਆਂ ਫੁੱਟੀਆਂ ਵੱਖ ਹੋ ਜਾਂਦੀਆਂ ਹਨ। ਇਸ ਤਰ੍ਹਾਂ ਜਿਨ੍ਹਾਂ ਸਰੋਤਿਆਂ ਨੇ ਪਿਆਰ ਵਿੱਚ ਭਿੱਜ ਕੇ ਮਹਾਰਾਜ ਦੀ ਇਹ ਕਥਾ ਸੁਣੀ ਹੈ, ਉਹਨਾਂ ਨੂੰ ਇਹ ਬਿਰਤੀ ਦੇ ਅੰਦਰ ਸਤਿਗੁਰਾਂ ਜੀ ਦੇ ਪ੍ਰੇਮ ਦੀ ਜਿਹੜੀ ਹੈ ਨਾ ਬਖਸ਼ਿਸ਼ ਪ੍ਰਾਪਤ ਹੋਣੀ। ਇਹ ਬਿਰਤੀ ਰੂਪੀ ਚੁੰਝ ਦੇ ਨਾਲ ਫਿਰ ਕੀ ਆ, ਉਹ ਜੇ ਕੋਈ ਵਿੱਚ ਇਹੋ ਜਿਹੀ ਗੱਲ ਆਉਂਦੀ ਆ ਉਹਨੂੰ ਉਹ ਵੱਖ ਕਰ ਲੈਂਦੇ ਆ ਤੇ ਮਹਾਰਾਜ ਦਾ ਜਸ ਜਿਹੜਾ ਨਾ ਦੁੱਧ ਦੀ ਨਿਆਈ ਨਰੋਲ ਉਹਨੂੰ ਉਹ ਚੱਖ ਲੈਂਦੇ ਆ, ਭਾਵ ਛਕ ਲੈਂਦੇ ਆ, ਨਿਹਾਲ ਹੁੰਦੇ ਆ। ਇਹ ਕਵਿਰਾਜ ਇੱਥੇ ਜ਼ਿਕਰ ਕਰ ਰਹੇ ਹਨ ਕਿ ਸਾਡਾ ਇਸ ਗ੍ਰੰਥ ਦਾ ਰਚਨ ਦੇ ਸਰੋਤ ਕੀ ਹੈ, ਅਸੀਂ ਕਿਵੇਂ ਇਸ ਪਵਿੱਤਰ ਬਾਣੀ ਨੂੰ ਕਿੱਥੋਂ ਕਿੱਥੋਂ ਜਿਹੜਾ ਹੈ ਇਸ ਕਵਿਤਾ ਨੂੰ ਜਿਹੜਾ ਰਚਨਾ ਕੀਤਾ ਹੈ, ਸਰੋਤ ਕੀ ਲਏ ਨੇ। ਜਿਵੇਂ ਅੱਗੇ ਜ਼ਿਕਰ ਆਵੇਗਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤ ਹੋ ਚੁੱਕਾ ਹੈ, ਇਸ ਕਰਕੇ ਆਪਾਂ ਸ਼ੇਸ਼ ਰਹਿੰਦੀ ਕਥਾ ਜਿਹੜੀ ਆ ਕੱਲ੍ਹ ਨੂੰ ਸਰਵਣ ਕਰਾਂਗੇ। ਅੱਗੇ 2 ਨਵੰਬਰ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਵੀ ਕਥਾ ਹੋਵੇਗੀ। ਤੋ ਜਿਵੇਂ ਸਤਿਗੁਰੂ ਜੀ ਨੂੰ ਭਾਇਆ ਫਿਰ ਇਹ ਸਮਾਪਤੀ ਹੋ ਕਰਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਜੀਵਨ ਦੀ ਕਥਾ ਦੀ, ਤੇ ਜਿਵੇਂ ਉਹਨਾਂ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਹੈ ਰਚਨਾ ਕੀਤਾ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ, ਤੇ ਕਵਿਤਾ ਦੇ 9 ਰਸ ਹੁੰਦੇ ਹੈ। ਉਹਨਾਂ ਰਸਾਂ ਦਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜ਼ਿਕਰ ਕਰਾਂਗੇ। ਤੇ ਇਹ ਜਿਹੜੀ ਕਥਾ ਹੁਣ ਚੱਲ ਰਹੀ ਹੈ ਸ਼ੇਸ਼, ਇਹ ਕੱਲ੍ਹ ਨੂੰ ਸਮਾਪਤੀ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਮਹਾਰਾਜ ਬਖਸ਼ ਲੈਣੀਆਂ ਜੀ। ਬਾਣੀ ਸਫਲ ਕਰਨ ਕਾ ਕਾਰਨ, ਕਰਹੁ ਸਤਿਗੁਰ ਸੋ ਜਸ ਉਚਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਹਿ ਕੈ ਸਦਾ ਸੰਗ, ਨਿਦਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।